जिस गुर मिलाए तिस पारी उतारै। राम कली महला पहला सिद्ध गोष्ठ सरलेख हेठ। पहले पातशाह धन सतगुरु श्री गुरु नानक देव साहिब जी महाराज ਇਹ ਪਵਿੱਤਰ ਪਾਵਨ ਗੁਰਬਾਣੀ ਉਚਾਰਨ ਕਰ ਰਹੇ ਹਨ, ਜਿਸ ਦੀਆਂ ਪਿੱਛੇ 38 ਪੌੜੀਆਂ ਸੰਪੂਰਨ ਹੋਈਆਂ ਹਨ। ਹੁਣ ਆਪ 39ਵੀਂ ਪੌੜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ। ਕੱਲ ਸਮਾਪਤੀ ਹੋਈ ਸੀ ਨਾਨਕ ਗੁਰ ਬਿਨ ਘਾਟੇ ਘਾਟ, ਕਿ ਗੁਰੂ ਤੋਂ ਬਗੈਰ ਘਾਟਾ ਹੀ ਘਾਟਾ ਹੈ। ਜਿਸ ਨੂੰ ਮਹਾਰਾਜ ਹੁਣ ਕਹਿੰਦੇ ਜਿਸ ਗੁਰ ਮਿਲੈ, ਜਿਸ ਨੂੰ ਪੂਰਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਪੂਰਾ ਸਤਿਗੁਰ ਸੇਵਿਆ, ਦੁਖਾਂ ਕਾ ਹੋਏ ਨਾਸ। ਨਾਨਕ ਨਾਮ ਮੇਰਾ ਦਿਆ ਕਾਰਜ ਆਵੇ ਰਾਸ। ਜਿਸ ਨੂੰ ਪੂਰਾ ਸਤਿਗੁਰੂ ਮਿਲਦਾ ਹੈ, ਉਸ ਨੂੰ ਪੂਰਾ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦਿੰਦਾ ਹੈ। ਉਹ ਪੂਰਾ ਗੁਰੂ ਕਿਵੇਂ ਪਾਰ ਉਤਾਰਦਾ ਹੈ? ਅਵਗਨ ਮੇਟਾ ਗੁਣ ਨਿਸਤਾਰੈ। ਪੂਰਾ ਗੁਰੂ ਅਵਗੁਣਾਂ ਨੂੰ ਨਿਮਿਰਤ ਕਰ ਦਿੰਦਾ ਹੈ ਅਤੇ ਸ਼ੁਭ ਗੁਣਾਂ ਦੀ ਬਖਸ਼ਿਸ਼ ਕਰਕੇ ਤਾਰ ਦਿੰਦਾ ਹੈ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਮਦੇ ਪਾਰ ਉਤਾਰਨਹਾਰ। ਮਹਾਰਾਜ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾ ਬੀਠਲਾ। ਕਹਿ ਨਾਮਾ ਹੋ ਤਰ ਪੇ ਨ ਜਾਨੋ, ਮੋਕੋ ਬਾਹਾਂ ਦੇ ਬਾਪ ਬੀਠਲਾ। ਵਾਹਿਗੁਰੂ ਨਾਮ ਜਹਾਜ਼ ਦੇ ਚਾੜ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ। ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਕੇ ਚਰਨ ਜੀ ਕਾ ਨਿਸਤਾਰ। ਮਹਾਰਾਜ ਦੇ ਚਰਨ ਜੀਵਾਤਮਾ ਲਈ ਨਿਸਤਾਰਾ ਹਨ। ਮੁਕਤ ਮਹਾ ਸੁਖ ਗੁਰੂ ਸਾਹਿਬ ਜੀ ਮੁਕਤੀ ਅਤੇ ਵੱਡੇ ਸੁਖ ਆਨੰਦ ਪਾਰ ਬ੍ਰਹਮਾਨੰਦ ਦੀ ਪ੍ਰਾਪਤੀ ਕਰਵਾ ਦਿੰਦੇ ਨੇ, ਤਾਂ ਕਰਵਾਉਂਦੇ ਨੇ ਜਾਂ ਗੁਰ ਸ਼ਬਦ ਵਿਚਾਰ। ਜੇ ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰਨਾ ਕਰੇ। ਗੁਰਮੁਖਾਂ ਕਦੇ ਨ ਆਵੈ ਹਾਰ। ਗੁਰਮੁਖ ਜਨਾਂ ਨੂੰ ਦੁਨੀਆ ਵਿੱਚ ਕਦਾਚਿਤ ਵੀ ਹਾਰ ਨਹੀਂ ਆਉਂਦੀ। ਉਹ ਕਦੇ ਹਾਰਦੇ ਨਹੀਂ। ਜਾਂ ਪਰਲੋਕ ਦੇ ਵਿੱਚ ਜਮਾਂ ਤੋਂ ਹਾਰ ਨਹੀਂ ਆਉਂਦੀ, ਭਾਵ ਜਮ ਹਰਾ ਨਹੀਂ ਸਕਦੇ। ਜਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਵਿੱਚ ਗੁਰਮੁਖਾਂ ਨੂੰ ਹਾਰ ਨਹੀਂ ਆਉਂਦੀ। ਤਨ ਹਟੜੀ ਇਹੋ ਮਨ ਵਣ ਜਾਰਾ। ਗੁਰਮੁਖ ਜਨਾਂ ਨੇ ਸਰੀਰ ਨੂੰ ਹੱਟੀ ਬਣਾਇਆ ਅਤੇ ਇਸ ਮਨ ਨੂੰ, ਇਸ ਚਿੱਤ ਨੂੰ ਵਪਾਰ ਕਰਨ ਵਾਲਾ ਵਪਾਰੀ ਸਮਝਿਆ ਹੈ। ਨਾਨਕ ਸਹਿਜੇ ਸੱਚ ਵਪਾਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਇਉਂ ਗੁਰਮੁਖ ਜਨ ਸਹਿਜੇ ਸ਼ਾਂਤੀ ਦੇ ਨਾਲ ਸੱਚ ਸਰੂਪ ਦਾ ਨਾਮ ਆਪ ਜਪਨ ਅਤੇ ਹੋਰਨਾਂ ਨੂੰ ਜਪਾਉਣ ਰੂਪ ਵਣਜ ਕਰਦੇ ਨੇ, ਜਾਂ ਹੋਰਨਾਂ ਨੂੰ ਬ੍ਰਹਮ ਗਿਆਨ ਦੇਣ ਦਾ ਵਣਜ ਕਰਦੇ ਹਨ। ਗੁਰਮੁਖ ਬਾਦਿਓ ਸੇਤ ਵਿਧਾਤਾ। ਗੁਰਮੁਖ ਰਾਮਚੰਦਰ ਜੀ ਨੇ ਗੁਰੂ ਵਸ਼ਿਸ਼ਟ ਦੇ ਉਪਦੇਸ਼ ਦੁਆਰਾ
ਸਮੁੰਦਰ ਤੋਂ ਪਾਰ ਹੋਣ ਵਾਸਤੇ ਵਿਧਾਤਾ ਫਲ ਪ੍ਰਦਾਤੇ ਪਰਮੇਸ਼ਰ ਦਾ ਨਾਮ ਪੱਥਰਾਂ ਦੇ ਉੱਤੇ ਲਿਖ ਕੇ ਸੇਤ ਪੁਲ ਬੰਨਣਾ ਕੀਤਾ ਸੀਗਾ। ਅਰਥਾਤ ਜਿਸ ਵਕਤ ਲੰਕਾ ਨੂੰ ਜਾਣ ਵਾਸਤੇ ਰਾਮਚੰਦਰ ਜੀ ਪੁਲ ਬੰਨਣ ਲੱਗੇ ਅਤੇ ਸਮੁੰਦਰ ਦੇ ਵੱਲ ਅਗਨਬਾਣ ਤੀਰ ਖਿੱਚਿਆ ਤਾਂ ਸਮੁੰਦਰ ਦੋਵੇਂ ਹੱਥ ਜੋੜ ਕੇ ਸੂਖਮ ਰੂਪ ਦੇ ਵਿੱਚ ਭਾਵ ਸਮੁੰਦਰ ਦੇ ਅਧਿਆਕਤ ਦੇਵਤਾ ਰਾਮਚੰਦਰ ਦੇ ਸਾਹਮਣੇ ਆਣ ਕੇ ਖੜਾ ਹੋ ਗਿਆ। ਤੰਤਰ ਸ਼ਾਸਤਰ ਤੇ ਪੁਰਾਣ ਅਨੁਸਾਰ ਅਗਨ ਮੰਤਰ ਪੜ੍ਹ ਕੇ ਚਲਾਇਆ ਤੀਰ ਉਹ ਅਗਨ ਬਾਣ ਕਹਿਲਾਉਂਦਾ ਹੈ, ਜੋ ਵੈਰੀ ਦੀ ਸੈਨਾ ਅਤੇ ਸਾਮਾਨ ਨੂੰ ਭਸਮ ਕਰ ਦਿੰਦਾ ਹੈ। ਜੇ ਅਗਨ ਬਾਣ ਰਾਮਚੰਦਰ ਜੀ ਚਲਾ ਦਿੰਦੇ ਤਾਂ ਸਾਰੇ ਦਾ ਸਾਰਾ ਸਮੁੰਦਰ ਹੀ ਸੁਕਾ ਦੇਣਾ ਸੀਗਾ। ਤੇ ਪਰ ਉਹ ਜਿਹੜਾ ਸਮੁੰਦਰ ਦੇ ਅਧਿਆਕਤ ਦੇਵਤਾ ਉਹ ਬੇਨਤੀ ਕਰਨ ਲੱਗਾ, ਹੇ ਵਿਸ਼ਨੂੰ ਅਵਤਾਰ ਰਾਮਚੰਦਰ ਜੀ ਮਹਾਰਾਜ, ਦੱਸੋ ਵੈਰ ਤਾਂ ਤੁਹਾਡਾ ਰਾਵਣ ਦੇ ਨਾਲ ਹੈ, ਮੇਰਾ ਕੀ ਗੁਨਾਹ ਹੈ? ਤੁਸੀਂ ਮੇਰੇ ਵੱਲ ਅਗਨ ਬਾਣ ਕਿਉਂ ਸੰਨਿਆ ਹੈ? ਮੈਂ ਤਾਂ ਤੁਹਾਨੂੰ ਕੁਝ ਨਹੀਂ ਆਖਿਆ। ਤਦ ਰਾਮ ਜੀ ਨੇ ਕਿਹਾ ਕਿ ਸਾਨੂੰ ਲੰਕਾ ਜਾਣ ਵਾਸਤੇ ਰਸਤਾ ਦੇ। ਉਸ ਵਕਤ ਸਮੁੰਦਰ ਦੇ ਅਧਿਆਕਤ ਦੇਵਤੇ ਨੇ ਕਿਹਾ ਕਿ ਤੁਸੀਂ ਆਪਣੇ ਗੁਰੂ ਦਾ ਪੂਜਨ ਕਰੋ, ਤੁਹਾਡੇ ਗੁਰੂ ਹੀ ਤੁਹਾਨੂੰ ਮੇਰੇ ਤੋਂ ਪਾਰ ਹੋਣ ਦਾ ਰਸਤਾ ਦੱਸਣਗੇ। ਇਹ ਸੁਣ ਕੇ ਰਾਮਚੰਦਰ ਜੀ ਨੇ ਆਪਣੇ ਗੁਰੂ ਵਸ਼ਿਸ਼ਟ ਜੀ ਦਾ ਧਿਆਨ ਕੀਤਾ। ਗੁਰੂ ਭਾਵੇਂ ਪੱਥਰ ਦਾ ਵੀ ਹੋਵੇ, ਮਿੱਟੀ ਦਾ ਬੁੱਤ ਵੀ ਹੋਵੇ, ਸਾਧ ਸੰਗਤ ਜੀ ਉਹ ਗੁਰੂ ਤਾਂ ਗੁਰੂ ਹੀ ਹੈ। ਆ ਜਿਹੜਾ ਕਰਨ ਸੀ ਕਰਨ, ਇਹਨੂੰ ਅਰਜਨ ਨੇ ਨੀਵੀਂ ਜਾਤ ਦਾ ਸਮਝ ਕੇ ਤੇ ਸ਼ਾਸਤਰ ਵਿਦਿਆ ਦੇ ਗੁਰੂ ਦੇ ਕੋਲੋਂ ਕਢਾ ਦਿੱਤਾ ਸੀਗਾ। ਇਹ ਕਰਨ ਆਪਦੇ ਸ਼ਾਸਤਰ ਵਿਦਿਆ ਦੇ ਗੁਰੂ ਦਾ ਬੁੱਤ ਬਣਾ ਕੇ ਅਭਿਆਸ ਕਰਦਾ ਰਿਹਾ। ਉਹਦੇ ਨਾਲ ਹੀ ਇੰਨਾ ਐਕਸਪਰਟ ਹੋ ਗਿਆ ਕਿ ਇਹਨੇ ਅਰਜਨ ਦਾ ਮੁਕਾਬਲਾ ਕੀਤਾ। ਕਹਿਣ ਲੱਗਾ, ਪੁੱਤ ਹੁਣ ਦੱਸ, ਤੂੰ ਮੈਨੂੰ ਗੁਰੂ ਕੋਲੋਂ ਕਢਾਇਆ ਸੀ, ਹੁਣ ਆ ਮੇਰੇ ਤੀਰਾਂ ਦਾ ਮੁਕਾਬਲਾ ਕਰ। ਇਹਦੇ ਕੋਲੋਂ ਗੋਪੀਆਂ ਖੋਹ ਲਈਆਂ ਸਨ ਅਰਜਨ ਦੇ ਕੋਲੋਂ। ਤੋ ਇੰਜ ਮਹਾਂਭਾਰਤ ਦੇ ਯੁੱਧ ਵਿੱਚ ਵੀ ਅਗਨ ਦੇ ਆਪਣਾ ਅਰਜਨ ਦੇ ਸਾਹਮਣੇ ਤੀਰ ਚਲਾਉਂਦਾ ਰਿਹਾ। ਇਉਂ ਗੁਰੂ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ। ਵਿਸ਼ਿਸ਼ਟ ਬ੍ਰਹਮਵੇਤਾ ਸਨ, ਬ੍ਰਹਮ ਗਿਆਨੀ ਸਨ, ਰੱਬ ਦੇ ਪਿਆਰੇ ਸਨ। ਜਿਸ ਵਕਤ ਰਾਮਚੰਦਰ ਜੀ ਨੇ ਆਪਦੇ ਗੁਰੂ ਵਸ਼ਿਸ਼ਟ ਜੀ ਦਾ ਧਿਆਨ ਕੀਤਾ ਤਦ ਹਿਰਦੇ ਦੇ ਅੰਦਰ ਧਿਆਨ ਦੁਆਰਾ ਹੀ ਵਸ਼ਿਸ਼ਟ ਜੀ ਨੇ ਕਿਹਾ ਕਿ ਹੇ ਰਾਮ ਜੀ, ਨਲ ਅਤੇ ਨੀਰ ਨੂੰ ਰਿਸ਼ੀਆਂ ਨੇ ਬਚਨ ਕੀਤੇ ਹੋਏ ਨੇ ਕਿ ਤੁਹਾਡੇ ਹੱਥੋਂ ਠਾਕੁਰ ਡੁੱਬਿਆ ਨਹੀਂ ਕਰਨਗੇ, ਕਿਉਂਕਿ ਨਲ ਅਤੇ ਨੀਲ ਰਿਸ਼ੀਆਂ ਦੇ ਠਾਕੁਰ ਡੋਬ ਦਿੰਦੇ ਸਨ। ਇਹ ਨਲ ਤੇ ਨੀਲ ਰਾਮਚੰਦਰ ਜੀ ਦੀ ਸੈਨਾ ਦੇ ਬਾਂਦਰ ਸਨ, ਜੋ ਵਿਸ਼ਕਰਮਾ ਦਾ ਪੁੱਤਰ ਲਿਖਿਆ। ਇਹਨੇ ਸਮੁੰਦਰ ਦਾ ਪੁਲ ਬਣਾਉਣ ਦੇ ਵਿੱਚ ਬਹੁਤ ਵੱਡੀ ਸਹਾਇਤਾ ਕੀਤੀ ਰਾਮ ਜੀ ਦੀ। ਕਹਿੰਦੇ ਕਿ ਤੁਸੀਂ ਉਹਨਾਂ ਦੇ ਕੋਲੋਂ ਇਹ ਪੁਲ ਬਣਾਉਣ ਵਾਲਾ ਕਾਰਜ ਕਰਵਾਉਣਾ ਕਰੋ, ਜੋ ਤੁਹਾਡੀ ਫੌਜ ਦੇ ਵਿੱਚ ਹੀ ਨੇ। ਉਹਨਾਂ ਨੂੰ ਪੁਲ ਬਣਨ ਵਾਸਤੇ ਕਾਰੀਗਰ ਬਣਾਓ ਅਤੇ ਦੋ ਪੱਥਰਾਂ ਨੂੰ ਆਪਸ ਦੇ ਵਿੱਚ ਜੋੜਨ ਵਾਸਤੇ ਇੱਕ ਪੱਥਰ ਉੱਤੇ ਰਾਧਾ ਤੇ ਦੂਸਰੇ ਤੇ ਮੰਮਾ ਲਿਖਣਾ, ਭਾਵ ਪਰਮੇਸ਼ਰ ਦੇ ਰਾਮ ਨਾਮ ਨੂੰ ਲਿਖਣਾ। ਇਹ ਸੁਣ ਕੇ ਰਾਮਚੰਦਰ ਜੀ ਨੇ ਉਸੇ ਤਰ੍ਹਾਂ ਕੀਤਾ ਅਤੇ ਲੰਕਾ ਨੂੰ ਜਾਣ ਵਾਸਤੇ ਪੁਲ ਬੰਨਿਆ ਸੀ। ਇੰਜ ਗੁਰਮੁਖ ਰਾਮਚੰਦਰ ਜੀ ਨੇ ਵੀ ਆਪਦੇ ਗੁਰੂ ਵਸ਼ਿਸ਼ਟ ਜੀ ਦੀ ਸਿੱਖਿਆ ਸਦਕਾ ਹੀ
पुल बनना कीता सी। इसे प्रकार जद श्री गुरु नानक देव साहब जी महाराज लंका टापू दे विच गए सन, जिथे राम ने पुल बन्निया, उस वेले भाई मरदाना जी ने सतगुरु नूं पुछया कि सतगुरु जी आपां भी त्रेते युग विच रामचंद्र जी दे बनाए पुल राही लंका टापू विच जावांगे। तद सतगुरु ने कहा कि जिस राम नाम दे आसरे रामचंद्र जी ने पुल बन्निया सी, आपां उस नाम दे आसरे ही पानी दे चल के लंका टापू दे वे जावांगे। ये सुन के मरदाना भाई साहब बड़ा प्रसन्न होया ते सतगुरु महाराज जी ने आख्या मरदाना जी वाहिगुरु 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 दा जाप करदिया साडे पिछे पिछे तुरिया। भाई बाला जी तू भी वाहिगुरु वाहिगुरु दा जाप कर। इउं सतगुरु जी भी सतनाम श्री वाहिगुरु 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 दा जाप जपदियां समुंदर दे उपर इंज तुरे जाण जिवें धरती ते तुरीदा है। पानी चरना नूं छूया तक नहीं, देखदा सब कुछ है कि समुंदर ठाठा मारे है, पर गुरु जी दे चरना नूं जल छू नहीं रहा। जदों विचकार जे गए तां गुरु साहब जी ने सोहंग 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 दा जाप जपना शुरू कर दिता। मरदाना जी ने सोचिया कि शायद सोहंग दे जाप दा ज्यादा फल है। उन्हां भी वाहिगुरु वाहिगुरु कहना छड्ड के सोहंग सोहंग कहना शुरू कर दिता। ज्यों ज्यों ही वाहिगुरु छड्डिया ते सोहंग कहंदे गए, तिवें तिवें उन्हां दे पैर डुबदे गए गिट्टे तक पानी। फिर गोडियां तक जब पानी आया, उच्ची उच्ची रौला पाया कि महाराज मैं तां डुब चलिया, मैनू बचाओ। भाई बाला जी ने पिछा भौं के वेखिया, आख्या गुरु साहब जी मरदाना डुब चलिया है। सतगुरु महाराज कहन लगे मरदानिया तेनू मैं आख्या तू वाहिगुरु कह, वाहिगुरु क्यों छड्ड दिता? चल उच्ची बोल सतनाम श्री वाहिगुरु 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 दा जाप जप। तां भाई साहब ने फिर वाहिगुरु वाहिगुरु कहना शुरू कर दिता। सतगुरु जी कहन लगे गुर कहिया साकार घुमावो, जो गुरु ने किया वो कार करो, गुर की करनी काहे तावो। गुरु दी रीस क्यों करदे हो? गुरु दी सिक्ख्या नूं मन्नो। कहंदे जी सत बचन। इउं सतगुरु नानक देव महाराज जी ने गुरसिक्खा नूं जपण वास्ते वाहिगुरु दा नाम गुर मंत्र वाहिगुरु बख्शिया। वावे कन्ना हाहे सियारी गग्गी औंकड़ धीरारे दुलंकड़, पर श्री गुरु ग्रंथ साहिब दे विच गुप्त रखिया गुप्त। कई तर्कशील लोग ये सवाल करते हैं कि वाहिगुरु नाम श्री गुरु नानक देव जी ने आपकी बाणी में तो किते भी नहीं लिखिया। साध संगत जीओ गुरु साहब जी ने नाम नूं गुप्त रखिया। कलयुग नाम वरतै विच गुप्ता, गुप्त नाम का वरतारा वरताया। जे कहो कि वाहिगुरु नाम नहीं लिखिया, लिखिया तो है, लिखिया नहीं पमन गुरु। गुरु स्पष्ट लिख दिता ते पमन ये घुमा के लिखिया। पमन नाम है हवा का, हवा नूं पुठा कर दिओ की बनिया वाहे बनता गया गुरु अगे है, वाहिगुरु तां होया।
फिर भट्टा नूं सतगुरु पंजवें पातशाह जी ने वाहिगुरु मंत्र बख्शिया। ताई तो उन्होंने सवैयां दे विच लिखिया वाहिगुरु 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 वाहि जियो, कबल नैन मधुर बैन कोट सैन संग सोक, कहत मांझे सोध जैसा है दही भांत खाही जियो। देख रोग अत अनोक मोह महा मग भई, किंकनी शबद छनत कार खेल पाही जियो। इयों वाहिगुरु मंत्र जो है ये गुरु साहिबां वल्लों बख्शिया होया नाम है। इसका गुरसिख ने जाप करना। अमृत की दात दे नाल पंज प्यारे भी नानक होर सिफी सच तक मूल मंत्र ते वाहिगुरु गुर मंत्र की बख्शिश करते हैं। रहतनामे में वचन लिखे है वाहिगुरु के मंत्र बिन जपे और कोई जाप, सो साकत सिख मूल न है, बचन है श्री मुखवाग। ये सतगुरां दे सुभाई मन मुख तो निकले बचन ने कि वाहिगुरु के मंत्र तो बिना जे कोई होर जाप जपेगा सो साकत है, आपकी मर्जी वाला है, गुरु का सिख नहीं है। ये गुरु साहिब के बचन ने। सो वाहिगुरु नाम ही जहाज है। एक पुल बनिया गुरु साहिब ने। भाई साहब भाई गुरदास साहब जी जिस वक्त आगरे दे विच धर्म प्रचार करदियां सुनिया कि श्री गुरु रामदास जी ज्योति जोत समा गए ने ते आप दो छोटे साहिबजादे, सब तो छोटे साहिबजादे श्री गुरु अर्जन देव जी महाराज नूं गुरता गति दे सुभाईमान कर गए ने। सोचिया मना चलो चल के दर्शन पाइए। जद ब्यास दरिया ते आए तां गाड़ियां शामां पै गईयां, रात दा हनेरा हो गया। सियाले के दिन सन 7 बजे तो अद्धी रात वांगू बन जाता फिर दरिया का किनारा। संगतां भाई साहब दे नाल सोचिया मना जे इत्थे रात रहे तां कि दरिया के किनारे रात ठंड भी बहुत ज़्यादा हो जाती है, बाकी रहन का खाण पीन का इत्थे प्रबंध कौन करूगा। बेड़ियां वाला कोई है नहीं, सब आपो अपने घरां नूं चले गए। परले किनारे ते पहुँच गए गोंदवाल साहब है, रात उत्थे रहना है। ते इस तरह सोच के कि हुण गुरु साहब जी दे नाम दा बाणी दा आसरा लैंदे आ। जो महाराज ने बाणी में लिखी है कि महाराज की बाणी महाराज का नाम संसार समुद्र तो पार उतारन नूं समर्थ है। कहंदे साध संगत जी दरिया साडे अगे की है, आओ मेरे पिछे पिछे। भाई गुरदास जी ने अरदासा सोधिया, आख्या हे श्री गुरु अर्जन देव जी, जी आप सचमुच ही पूर्ण गुरु हो तो कृपा करो मैं जपजी साहिब का पाठ करन लगा, आपदे चरणों का उटासरा लैके ते सानू दरिया तो पार उतारो। इस तरह अरदासा सोध के भाई साहब सब तो पहला आप अंदर वड़ गए, विचकार खड़े होके जपजी साहिब का पाठ करन लग पे। आख्या वो संगत जी पानी थोड़ा ही है, बहुत ज़्यादा नहीं है। सारी संगत नूं दरिया तो पार कर दिता सीगा। इहो जिहा महाराज का नाम दा बाणी दा पुल है। फिर जद अगे आए तो बच्चे गुल्ली डंडा आदि खेड खेड रहे सन। किसी गल ते उन्हां दा आपस में चर्चा हुई तो एक बच्चा कहन लगा जी वाहिगुरु जी नूं भाया, गुरु जी नूं भाया तो इंज हो जाएगा।
भाई साहब ने उन्होंने बच्चों को मत्था टेकिया, आख्या धन ने बच्चे जिन्होंने गुरु का हुक्म चंगा लग रही है। फिर मन में फुरना किया कि जे सचमुच ही श्री गुरु अर्जन देव जी चौं पातशाहियों की आत्मक जोत ने, तो मेरे ये दो फुरने दसन। एक तो दरिया तो पार होने वाला बचन दसन अंतरजामता नाल, ते दूसरा बच्चियां नूं मैं मत्था क्यों टेकिया ये बचन दसन। तो जिस वक्त अमृतसर साहब श्री गुरु अर्जन देव जी के चरणों च भाई साहब भाई गुरदास साहब जी पहुंचे, तो महाराज कहने लगे आओ जी भाई गुरदास साहब जी तुसी बहुत महान गुरु के सिख हो, तुहाडा कितना बाणी ते निशा है। वेखो श्री जपजी साहब जी का पाठ करदियां बाणी ते निशा जनाउंदियां, तुसी आप तां पार उतरे ही सारी संगत नूं वेखो पार कर दिता। आप तरे तारे नसरेठा तानो तुसी ते छोटे बच्चियां नूं आपने गुरु जी का हुक्म मनन करके नमस्कार किए। तुहाडी वर्गी महान गुरसिख गुरु घर दे विच होने चाहिए ने। आओ जी आया नूं कहंदे महाराज तानो तुसीं। है श्री गुरु अर्जन देव जी धोतरे सीगे, अपना भणेवें सन। बीबी भानी भैन उहदे साहिबजादे, भाई गुरदास जी मामा जी लगते सी रिश्तेदारी च, पर सचमुच वेखिया कि तुहाडे च गुरु साहिब की जोत है। इयों गुरमुख बंधियो सेत विधाता है। गुरमुख भाई गुरदास जी ने वेखो रामचंद्र जी ने तां पुल बन के ते फिर बांदरां दी सैना नूं पार उतारिया ते आप पार उतरे, ते भाई गुरदास जी वेखो बिना ही पुल तो पार उतर गए। हनुमान ने भी एहो जी उडारी मारी कि आपदी पूछ दे नाल रूह बन के समुद्र तो उड़ के परले पार लंका ते पहुंच के उहदा शोक बन साड़ सुटिया। रावण दे महलां नूं बड़ी बर्बाद कीता। फिर बाद विच समुद्र चुभी मार के आपदी अग बुझा लई। ये गुरमुखां दी अवस्था है। खुद भगवान तां पुल बन के गया, पर जिहड़े भगवान नूं मनन वाले गुरमुख नाम जपण वाले वो बिना ही पुल तो पार उतर गए। इसी तरह सिंह साहब भाई रणजीत सिंह साहब जी जो कौम के महाराजा होए ने, अटक दरिया बहुत ठाठा मारिया सी। उधरले पासे अफगानिया ने हल्ला मचाया होया सी। महाराजे ने आखिया कि जे बेड़ियां भांडीकांगे तो लेट हो जावांगे, चलो मेरे पीछे पीछे। आपा पानी कोई बहुता नहीं है, महाराज की बाणी पढ़दियां पार उतर जाइए। महाराजा रणजीत सिंह ने अटक दरिया दे विच श्री जपजी साहब जी का पाठ प्रारंभ कर दिया। आपदा घोड़ा सिन लिया ते विचकार खड़े होके कहंदे लंघ जाओ पार। सारी फौज नूं पार लंघा के आप फिर घोड़ा अगे नूं चलाया। जपजी साहब के पाठ के नाल ही वेखो अटक दरिया पार कर लिया। ऐसा निश्चय सीगा महाराजा रणजीत सिंह साहब का। जब सारे ही पार उतर गए तो जिहड़ी एक पठाणा की टुकड़ी फौज विच सीगे, पहलां तां उन्हां महाराजे दे आखे नहीं लगे, कहंदे भी ये सानू डुबूगा आप ही डुबेगा। जब सारे पार उतर गए तो महाराजे ने घोड़े का ध्यान परां नूं कर लिया। आप दा ध्यान घोड़ा घुमा लिया। मुड़ के कहन लगे सारे उतर गए ने, चलो आपां भी उतर जाइए। वो 500 के 500 सारे दे सारे पठान ही दरिया च रुड़ गए। जद फौजियों ने महाराज जी नूं आवाज़ मारी कि तुहाडे पठान फौजी दरिया च रुड़े जा रहे हैं, कहंदे कोई नहीं रुड़न दिओ, दरिया नूं भी बड़ी चाहिदी है, इन्हें सानू रस्ता दिता, पठाणा की बड़ी सही। इयों निश्चय तो हीने पठान वेखो
ਉਸੇ ਹੀ ਪਾਣੀ 'ਚ ਰੁੜ ਗਏ। ਤੇ ਪਰ ਮਹਾਰਾਜਾ ਰਣਜੀਤ ਸਿੰਘ ਨਿਸ਼ਚੇ ਵਾਲਾ ਉਹਦੇ ਤੋਂ ਪਾਰ ਤੁਰ ਗਿਆ। ਰਾਮ ਰਾਮ ਸਭ ਕੋ ਕਹੇ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਇਉਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ, ਗੁਰਮੁਖ ਬਾਦਿਓ ਸੇਤ ਵਿਦਾਤਾ। ਵਿਦਾਤੇ ਫਲ ਪ੍ਰਦਾਤੇ ਵਾਹਿਗੁਰੂ ਦਾ ਰਾਮ ਨਾਮ ਲੈ ਕੇ ਪੱਥਰਾਂ ਦੇ ਉੱਪਰ ਨਲ ਨੀਲ ਨੂੰ ਕਾਰੀਗਰ ਬਣਾ ਕੇ ਰਾਮ ਚੰਦਰ ਜੀ ਨੇ ਲੰਕਾ ਜਾਣ ਲਈ ਸਮੁੰਦਰ ਤੇ ਪੁਲ ਬਣਾਇਆ ਸੀਗਾ। ਤੇ ਮੁਖੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਿਨਾਂ ਹੀ ਪੁਲ ਤੋਂ ਵੇਖੋ ਪਾਰ ਉਤਰੇ ਸਨ। ਲੰਕਾ ਲੁੱਟੀ ਦਾਤ ਸੰਤਾਪੈ। ਪੁਲ ਬਣਾ ਕੇ ਜਦ ਅੱਗੇ ਗਿਆ ਫਿਰ ਰਾਮਚੰਦਰ ਜੀ ਨੇ ਜਾ ਕੇ ਲੰਕਾ ਲੁੱਟੀ ਤੇ ਰਾਖਸ਼ਾਂ ਨੂੰ ਦੁੱਖ ਦੇਣਾ ਕੀਤਾ। ਆ ਬੜੇ ਰਾਖਸ਼ ਮਾਰਨਾ ਕੀਤੇ ਜਾਂ ਦੇਵਤਿਆਂ ਨੂੰ ਦੁੱਖ ਦੇਣ ਵਾਲੇ ਰਾਖਸ਼ਾਂ ਨੂੰ ਮਾਰਨਾ ਕੀਤਾ। ਰਾਮਚੰਦ ਮਾਰਿਓ ਅਹ ਰਾਵਣ। ਫਿਰ ਰਾਮਚੰਦਰ ਜੀ ਨੇ ਹੰਕਾਰੀ ਰਾਵਣ ਨੂੰ ਜੰਗ ਕਰਕੇ ਮਾਰ ਸੁੱਟਿਆ। ਭੇਦ ਭੀਖਣ ਗੁਰਮੁਖ ਪਰ ਜਾਣ। ਪਰ ਗੁਰਮੁਖ ਭੀਖਣ ਦੇ ਭੇਦ ਪਰਚੇ ਕਰਕੇ ਹੀ ਗੁਰਮੁਖ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀਗਾ। ਅਰਥਾਤ ਪ੍ਰਿਥਵੀ ਦੇ ਪੁੱਤਰ ਮਿਹਰਬਾਨ ਨੇ ਇੱਕ ਬਿਰਧ ਰਮਾਇਣ ਬਣਾਇਆ ਹੈ। ਉਹਦੇ ਵਿੱਚ ਕਥਾ ਲਿਖੀ ਹੈ ਕਿ ਰਾਮਚੰਦਰ ਜੀ ਨੇ 100 ਵਾਰ ਰਾਵਣ ਦਾ ਸਿਰ ਕੱਟਿਆ, 100 ਵਾਰ ਰਾਵਣ ਫਿਰ ਵੀ ਨਾ ਮਰਿਆ। ਅਖੀਰ ਭੀਖਰ ਜੀ ਨੇ ਰਾਮਚੰਦਰ ਜੀ ਨੂੰ ਕਿਹਾ, ਹੇ ਰਾਮ ਜੀ, ਜੇ ਤੁਸੀਂ 1000 ਵਾਰ ਵੀ ਇਹਦਾ ਸਿਰ ਕੱਟੋਗੇ ਤਦ ਵੀ ਰਾਵਣ ਮਰੇਗਾ ਨਹੀਂ। ਕਹਿੰਦੇ ਕਿਉਂਕਿ? ਕਹਿੰਦੇ ਇਹਨੇ ਆਪਦੇ ਗੁਰੂ ਸ਼ਿਵ ਜੀ ਨੂੰ 10 ਵਾਰ ਸਿਰ ਪੇਟਾ ਕਰਕੇ ਵਾਰ ਲਿਆ, ਸਿਰ ਵੱਢਣ ਤੋਂ ਨਹੀਂ ਇਹ ਮਰੂਗਾ। ਇਹਦੀ ਇਹ ਧੁਨੀ ਦੇ ਵਿੱਚ ਅੰਮ੍ਰਿਤ ਹੈ। ਇਸ ਲਈ ਜੇ ਤੁਸੀਂ ਰਾਵਣ ਨੂੰ ਮਾਰਨਾ ਚਾਹੁੰਦੇ ਹੋ ਤਾਂ ਰਾਵਣ ਦੇ ਪੇਟ ਅੰਦਰੋਂ ਅੰਮ੍ਰਿਤ ਦੇ ਕੁੰਡ ਨੂੰ ਅਗਨ ਬਾਣ ਨਾਲ ਸੁਕਾ ਦਿਓ, ਤਦ ਰਾਵਣ ਮਰੇਗਾ। ਇਹ ਰਾਮਚੰਦਰ ਜੀ ਨੇ ਭੀਖਣ ਦੇ ਭੇਦ ਪਰਚੇ ਕਰਕੇ ਹੀ ਕੋਈ ਲਾਗਨ ਬਾਣ ਮਾਰ ਕੇ ਉਹਦੀ ਧੁਨੀ 'ਚ ਤੇ ਅੰਮ੍ਰਿਤ ਸੁਕਾਇਆ। ਉਸ ਤੋਂ ਬਾਅਦ ਉਹਦਾ ਸਿਰ ਕੱਟ ਕੇ ਉਹਨੂੰ ਕਤਲ ਕਰਕੇ ਮਾਰਨਾ ਕੀਤਾ। ਗੁਰਮੁਖ ਸਾਇਰ ਬਾਹਨ ਤਾਰੇ। ਗੁਰਮੁਖ ਰਾਮਚੰਦਰ ਜੀ ਨੇ ਜਾਂ ਰਾਮਚੰਦਰ ਜੀ ਨੇ ਗੁਰਮੁਖਤਾਈ ਕਰਕੇ ਗੁਰੂ ਵਸ਼ਿਸ਼ਟ ਦੇ ਉਪਦੇਸ਼ ਦੁਆਰਾ ਪੱਥਰਾਂ ਦੇ ਉੱਪਰ ਰਾਮ ਨਾਮ ਲੈ ਕੇ ਤੇ ਨਲ ਨੀਲ ਨੂੰ ਕਾਰੀਗਰ ਬਣਾ ਕੇ ਸਾਇਰ ਸਾਗਰ ਸਮੁੰਦਰ ਦੇ ਉੱਤੇ ਪੱਥਰ ਤਾਰ ਦਿੱਤੇ। ਗੁਰਮੁਖ ਕੋਟ ਤੇ 30 ਉਧਾਰੇ। ਗੁਰਮੁਖ ਰਾਮਚੰਦਰ ਜੀ ਨੇ ਰਾਵਣ ਦੀ ਕੈਦ ਵਿੱਚੋਂ ਛੁਡਵਾ ਕੇ 33 ਕਰੋੜ ਦੇਵਤਿਆਂ ਦਾ ਉਧਾਰ ਕੀਤਾ। ਕਿਉਂਕਿ ਰਾਵਣ ਏਡਾ ਭੈੜਾ ਸੀਗਾ, ਉਹਨੇ ਸਾਰੇ ਦੇਵਤਿਆਂ ਨੂੰ ਆਪਦੇ ਜੇਲ੍ਹ ਖਾਨੇ ਵਿੱਚ ਸੁੱਟਿਆ ਹੋਇਆ ਸੀਗਾ। ਕਹਿੰਦੇ ਸੂਰਜ ਜੱਜਾ ਨਹੀਂ, ਜੱਜੇ ਤੋਂ ਬਗੈਰ ਸੂਰ ਚੰਦ ਜਾ ਕੇ ਤਪਤ ਰਸੋਈ। ਕਿਉਂਕਿ ਗੁਰਬਾਣੀ ਕਵਿਤਾ ਹੈ, ਇੱਕ ਵੀ ਅੱਖਰ ਵੱਧ ਜਾਏ ਤਾਂ ਉਹਦਾ ਤਾਲਮੇਲ ਸਹੀ ਨਹੀਂ ਬੈਠਦਾ। ਅਰਥ ਸੂਰਜ ਦਾ ਹੀ ਹੈ। ਸੂਰ ਚੰਦ ਜਾ ਕੇ ਤਪਤ ਰਸੋਈ, ਬੈ ਸੰਦਰ ਜਾ ਕੇ ਕਪੜੇ ਧੋਈ। ਸੂਰਜ ਤੇ ਚੰਦਰਮਾ ਉਹਦੇ ਲਾਂਗਰੀ ਸੀਗੇ, ਰਸੋਈਏ ਸੀਗੇ, ਤੇ ਜਿਹੜੀ ਅੱਗ ਸੀਗੀ ਉਹਦੇ ਕੱਪੜੇ ਧੋਂਦੀ ਸੀਗੀ। ਏਡਾ ਬੰਦਾ ਜ਼ਹਿਰੀ ਵੇਖੋ, ਰੱਬ ਨੇ ਜਿਹੜੇ ਜ਼ਹਿਰੀ ਨਾਗ ਵੀ ਪੈਦਾ ਕੀਤੇ ਫਿਰ ਵੀ ਉਹ ਵੇਖੋ ਮਰ ਗਏ। ਅੱਜ ਤਾਂ ਭਲਾ ਕਿਹੜੇ ਬਾਗ ਦੀ ਚੀਜ਼ ਆ ਜੇ ਉਹ ਟਿਕੇ ਰਹਿ ਸਕੀ ਹੈ। ਇਸ ਲਈ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਕਿਰਪਾ ਰੱਖੇ, ਸਭਨਾਂ ਨੂੰ ਤੰਦਰੁਸਤੀ, ਆਪਦਾ ਜੀਵਨ ਸੁੱਖ ਸ਼ਾਂਤੀ ਨਾਲ ਭੋਗਣ ਦਾ ਸਮਾਂ ਦੇ, ਕੋਈ ਵੀ ਦੁਖੀ ਨਾ ਹੋਵੇ।
ਰਹੋ ਵਿਚਾਰ। 33 ਕਰੋੜ ਦੇਵਤਿਆਂ ਨੂੰ ਜਦ ਰਾਵਣ ਮਰਿਆ ਤੇ ਰਾਮਚੰਦਰ ਜੀ ਨੇ ਛੁਡਾ ਕੇ ਉਹਨਾਂ ਨੂੰ ਸਵਰਗਾਂ ਦੇ ਵਿੱਚ ਭੇਜਿਆ ਵੀ ਜਾਓ ਗੁਰਮੁਖੋ, ਤੁਸੀਂ ਤਾਂ ਆਪ ਦਾ ਆਨੰਦ ਲਓ। ਤੇ ਆਪਦੀ ਸੀਤਾ ਨੂੰ ਲਿਆ ਤੇ ਬਪੀਖਲ ਨੂੰ ਆਖਿਆ ਵੀ ਹੁਣ ਤੂੰ ਆਪ ਦਾ ਆਨੰਦ ਲੈ, ਲੰਕਾ ਤੇਰੀ ਹੈ। ਲਾਲਚ ਨਹੀਂ ਕੀਤਾ। ਅਵਤਾਰ ਐਵੇਂ ਨਹੀਂ ਪੂਜੇ ਜਾਂਦੇ। ਜੇ ਸਾਡੇ ਵਰਗੇ ਹੁੰਦੇ ਉੱਥੇ ਡੇਰਾ ਬਣਾ ਕੇ ਬਹਿ ਜਾਣਾ ਸੀਗਾ, ਰਾਮ ਮੰਦਰ, ਰਾਮ ਡੇਰਾ, ਆਪਦੇ ਚੇਲਿਆਂ ਬਾਲਕਿਆਂ ਦੀ ਪਰਵਰਿਸ਼ ਲਈ, ਪੂਜਾ ਕਰਾਉਣ ਲਈ। ਕੋਈ ਡੇਰਾ ਨਹੀਂ ਬਣਾਇਆ, ਕੋਈ ਰਾਮ ਮੰਦਰ ਨਹੀਂ ਬਣਾਇਆ, ਕੋਈ ਕਬਜ਼ਾ ਨਹੀਂ ਕੀਤਾ। ਮਤਲਬ ਜ਼ਮੀਨ ਹਥਿਆਉਣ ਲਈ ਯੁੱਧ ਨਹੀਂ ਕੀਤਾ। ਤਾਈਓ ਦੁਨੀਆ ਰਾਮ ਨੂੰ ਪੂਜਦੀ ਆ। ਉਹ ਇੱਕ ਬਹੁਤ ਚੰਗਾ ਇਨਸਾਨ ਸੀਗਾ। ਜੇ ਸੱਚਮੁੱਚ ਅਸੀਂ ਰਾਮ ਦੇ ਸੇਵਕ ਹਾਂ ਤੇ ਉਹਦੀ ਸਿੱਖਿਆ ਤੇ ਸਾਨੂੰ ਚੱਲਣਾ ਚਾਹੀਦਾ, ਭਲਾ ਕਰਨਾ ਚਾਹੀਦਾ ਦੁਨੀਆ ਦਾ। ਜਿਹਦਾ ਹੱਕ ਬਣਦਾ ਹੈ ਉਹਦਾ ਹੱਕ ਦਿਓ। ਇਹ ਨਹੀਂ ਵੀ ਰੱਬ ਨੇ ਸਾਨੂੰ ਹੀ ਢਿੱਡ ਲਾਇਆ, ਸਾਨੂੰ ਹੀ ਜ਼ਮੀਨ ਚਾਹੀਦੀ ਹੈ, ਸਾਨੂੰ ਹੀ ਰੋਟੀ ਚਾਹੀਦੀ ਹੈ। ਸਭਨਾਂ ਨੂੰ ਰੱਬ ਨੇ ਪੇਟ ਲਾਇਆ। ਇਸ ਧਰਤੀ ਦੇ ਸਭਨਾਂ ਦਾ ਅਧਿਕਾਰ ਹੈ। ਜਿਹੜਾ ਮਰਜ਼ੀ ਹੈ, ਭਾਵੇਂ ਕੋਈ ਦੈਂਤ ਹੈ, ਭਾਵੇਂ ਦੇਵਤਾ ਹੈ, ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਈਸਾਈ ਹੈ। ਇਹ ਗੱਲ ਵੱਖਰੀ ਹੈ ਕਿ ਬਪੀਖਲ ਨੇ ਰਾਮ ਜੀ ਨੂੰ ਭੇਜ ਦਿੱਤਾ ਤੇ ਰਾਮ ਜੀ ਉਹਦੇ ਤੇ ਖੁਸ਼ ਸੀਗੇ, ਪਰ ਹੈ ਤਾਂ ਰਾਵਣ ਦਾ ਭਰਾ ਹੀ ਸੀਗਾ, ਦੈਂਤ ਹੀ ਸੀਗਾ। ਆਖਰ ਠੁੱਡੇ ਖਾ ਕੇ ਹਾਰ ਕੇ ਰਾਮ ਜੀ ਦੀ ਸ਼ਰਨ ਵਿੱਚ ਆਇਆ ਸੀ। ਜੇ ਚਾਹੁੰਦੇ ਤੇ ਸਾਰੀ ਉਮਰ ਉਹਨੂੰ ਨੌਕਰ ਬਣਾ ਕੇ ਰੱਖਦੇ, ਕਬਜ਼ਾ ਆਪ ਰੱਖਦੇ ਲੰਕਾ ਦੇ, ਪਰ ਨਹੀਂ। ਗੁਰਮੁਖਾਂ ਦਾ ਜੀਵਨ ਨਹੀਂ ਹੈ। ਜਿਹੜੇ ਗੁਰਮੁਖ ਨੇ ਜੇ ਉਹ ਜੰਗ ਜੁੱਧ ਕਰਦੇ ਨੇ ਤੇ ਉਹ ਆਪਦੇ ਲਾਲਚ, ਪੈਸੇ ਵਾਸਤੇ, ਖਜ਼ਾਨੇ ਨੂੰ ਹਥਿਆਉਣ ਲਈ ਜਾਂ ਜ਼ਮੀਨ ਦੇ ਕਬਜ਼ੇ ਲਈ ਨਹੀਂ ਕਰਦੇ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਅੱਜ ਵੀ ਬਹੁਤ ਪੈੜੇ ਲੋਕ ਨਿੰਦਿਆ ਕਰਦੇ, ਥੱਕਦੇ ਨਹੀਂ। ਉਸ ਮੌਕੇ ਵੀ ਕਈ ਨਿੰਦਕ ਲੋਕ ਬੜੀਆਂ ਬੜੀਆਂ ਗੱਲਾਂ ਕਰਦੇ, ਪਰ ਮਹਾਂਪੁਰਖਾਂ ਐਲਾਨ ਕੀਤਾ ਸੀਗਾ ਕਿ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ, ਜੋ ਮਰਜ਼ੀ ਹੋ ਜਾਏ। ਨਾ ਤਾਂ ਮੈਂ ਵੋਟਾਂ ਦੇ ਵਿੱਚ ਖੜੂੰਗਾ, ਕੋਈ ਅਹੁਦੇ ਮਰਾਤਬੇ ਦੀ ਇੱਛਾ ਨਹੀਂ ਰੱਖੂੰਗਾ, ਕੋਈ ਮੰਤਰੀ ਬਣਾ, ਕੋਈ MP, ਕੋਈ ਕੁਛ ਵੀ ਨਹੀਂ ਬਣੂਗਾ, ਤੇ ਨਾ ਮੈਂ ਅਕਾਲ ਤਖਤ ਦਾ ਜਥੇਦਾਰ ਬਣੂੰਗਾ। ਦੁਨੀਆ ਇਸੇ ਵਾਸਤੇ ਵਾਹ ਖੱਟਦੀ ਹੈ, ਕੋਈ ਨਾ ਕੋਈ ਗੱਲ ਕਰਕੇ, ਝਗੜਾ ਉਤਪੰਨ ਕਰਕੇ ਤੇ ਆਪ ਦੇ ਪੱਖ ਵਿੱਚ ਕਰਕੇ ਜਥੇਦਾਰੀਆਂ, ਉਹਦੇ ਮਰਾਤਬੇ ਲੈਣਾ ਚਾਹੁੰਦੀ ਹੈ। ਪਰ ਮਹਾਂਪੁਰਖ ਕਹਿੰਦੇ ਵੀ ਜੋ ਰੱਬ ਨੇ ਸਾਨੂੰ ਦਿੱਤਾ, ਰੱਬ ਦਾ ਨਾਮ, ਅਸੀਂ ਉਹਦੇ 'ਚ ਹੀ ਸੰਤੁਸ਼ਟ ਹਾਂ। ਮੈਂ ਕੋਈ ਜਥੇਦਾਰੀ ਦਾ ਭੁੱਖਾ ਜਾਂ ਕੋਈ ਕੁਰਸੀ ਦਾ ਭੁੱਖਾ ਨਹੀਂ ਹਾਂ। ਮੈਂ ਨਹੀਂ ਕਦੀ ਵੋਟਾਂ 'ਚ ਖੜੂੰਗਾ। ਤੋ ਮਹਾਂਪੁਰਖਾਂ ਨੇ ਜੋ ਵੀ ਕੁਛ ਕੀਤਾ, ਸਾਡੀ ਨਿਗਾਹ ਜੋ ਮਾੜਾ ਕੀਤਾ ਜਾਂ ਚੰਗਾ ਕੀਤਾ, ਕੋਈ ਆਪ ਦੇ ਬੱਚਿਆਂ ਦਾ ਕੋਠਾ ਵੀ ਨਹੀਂ ਬਣਾਇਆ, ਕੋਈ ਉਹਨਾਂ ਦੇ ਬਾਰੇ, ਪਰਿਵਾਰ ਦੇ ਬਾਰੇ ਨਹੀਂ ਸੋਚਿਆ, ਕੋਈ ਟੱਬਰ ਨਹੀਂ ਪਾਲਿਆ, ਕੋਈ ਵਿਸ਼ੇਸ਼ ਕਿਸੇ ਸੰਸਥਾ ਬਾਰੇ ਨਹੀਂ ਸੋਚਿਆ। ਵੇਖੋ, ਆਪ ਦੇ ਜਾਨ ਨਾਲੋਂ ਪਿਆਰੇ ਸਿੰਘ ਵੀ ਸ਼ਹੀਦ ਕਰਾ ਗਏ, ਆਪ ਵੀ ਕੁਰਬਾਨੀ ਕਰ ਗਏ। ਕੀ ਪ੍ਰਾਪਤ ਕੀਤਾ? ਕੁਝ ਵੀ ਨਹੀਂ। ਆਪ ਦੀ ਜਾਨ ਗਵਾ ਗਏ, ਪਰ ਉਹਨਾਂ ਦੇ ਮਨ ਦਾ ਉਤਸ਼ਾਹ ਸੀਗਾ ਵੀ ਕੌਮ ਦਾ ਘਰ ਨਹੀਂ ਬਣਿਆ, ਮੈਂ ਸਿੱਖ ਕੌਮ ਦਾ ਘਰ ਬਣਾਉਣਾ ਹੈ। ਆਪ ਦਾ ਬਣੇ ਨਾ ਬਣੇ, ਪਰ ਕੌਮ ਦਾ ਬਣਾ ਕੇ ਜਾਊਗਾ। ਇਹ ਉਹਨਾਂ ਦੀ ਵਰਡਨ ਸੀਗੀ। ਕ੍ਰਿਸ਼ਨ ਭਗਵਾਨ ਦੇ ਜੀਵਨ ਵੱਲ ਵੇਖ ਲਓ। ਉਹਨਾਂ ਕੰਸ ਨੇ ਸਾਰੀ ਉਮਰ ਉਹਨਾਂ ਵੈਰ ਘੁਮਾਇਆ ਤੇ ਆਖਰ ਜਦ ਪਹਿਲਵਾਨਾਂ ਦੇ ਨਾਲ ਕੁਸ਼ਤੀ ਕਰਾਈ, ਚੰਡ ਤੇ ਮੁੰਡ ਨਾਲ, ਮਾਰ ਮਾਰ ਕਸੁੰਨ ਉਹਨਾਂ ਦੇ ਜਬਾੜੇ ਪਾੜ ਸੁੱਟੇ ਕ੍ਰਿਸ਼ਨ ਨੇ। ਸੀ ਛੋਟਾ ਜਿਹਾ ਹੀ, ਸਲਿਮ ਜਿਹਾ ਸਰੀਰ, ਕੋਈ ਮੋਟਾ ਤਾਜ਼ਾ ਭਲਵਾਨਾਂ ਵਰਗਾ ਨਹੀਂ, ਸਾਡੇ ਵਰਗਾ ਸੀਗਾ, ਪਰ ਚੁਸਤ ਇੰਨਾ ਸੀਗਾ। ਮਾਰ ਕੇ ਛਾਲ ਤੇ ਮੋਢਿਆਂ ਤੇ ਚੜ ਗਿਆ ਤੇ ਮਾਰ ਕਸੁੰਨ ਤੇ ਕੰਨ ਦੇ ਪਰਦੇ ਪਾੜ ਕੇ ਜਬਾੜਿਆਂ ਦੇ ਵਿੱਚ ਦੀ ਕਸੁੰਨ ਕੱਢ ਸੁੱਟਿਆ। ਉਹਨਾਂ ਦੀਆਂ ਗੋਡੀਆਂ ਲਵਾਤੀਆਂ, ਦੋਨਾਂ ਨੂੰ ਚਿੱਤ ਕਰ ਦਿੱਤਾ, ਖਤਮ ਕਰ ਦਿੱਤਾ। ਰੈਸਲਿੰਗ ਦੇ ਵਿੱਚ ਬੰਦਾ ਮਰ ਜਾਏ ਕੋਈ ਕੇਸ ਨਹੀਂ ਪੈਂਦਾ। ਮਾਰ ਸੁੱਟਿਆ ਚੰਡ ਤੇ ਮੁੰਡ ਨੂੰ। ਕੰਸ ਦਾ ਮਤਲਬ ਸੀ ਵੀ ਕ੍ਰਿਸ਼ਨ ਮਾਰਿਆ ਜਾਊਗਾ, ਪਰ ਮਾਰੇ ਗਏ ਚੰਡ ਤੇ ਮੁੰਡ। ਤੇ ਫਿਰ ਉਹਨੇ ਮਾਰੀ ਛਾਲ ਆਪਦੇ ਮਾਮੇ ਦੇ, ਮਾਰ ਕੇ ਚਪੇੜ ਤੇ ਉਹਦਾ ਮੁਕਟ ਉਹ ਸੁੱਟਿਆ।
ਕੇਸਾਂ ਤੋਂ ਮਾਰ ਕੇ ਵਲੇਟਾ ਆਪਦੇ ਹੱਥ ਬਾਹਾਂ ਦੇ ਨਾਲ ਤੇ ਸਾਰੇ ਜ਼ੋਰ ਨਾਲ ਪਟਕਾ ਕੇ ਉਹਨੂੰ ਤਖਤ ਤੋਂ ਠਾਹ ਮਾਰ ਕੇ ਰਦਵਾਨੀ ਵਰਗਾ ਸਿਰ ਪਟਕਾ ਕੇ ਫੋੜ ਦਿੱਤਾ। ਫਿਰ ਆਪਦੇ ਨਾਨੇ ਨੂੰ, ਆਪਦੀ ਮਾਂ ਨੂੰ, ਦੇਵਕੀ ਨੂੰ ਤੇ ਵਾਸਦੇਵ ਨੂੰ ਉਹਦੇ ਚੋਂ ਕੱਢਿਆ, ਜੇਲ੍ਹ ਚੋਂ ਬਾਹਰ। ਨਾਨੇ ਨੂੰ ਬਾਹਰ ਕੱਢਿਆ, ਉਗਰਸੈਨ ਨੂੰ, ਉਗਰਸੈਨ ਕੋ ਰਾਜ ਦਿਓ। ਉੱਥੇ ਸਾਧ ਸੰਗਤ ਜੀ ਉਹ ਆਪ ਕਬਜ਼ਾ ਨਹੀਂ ਜਮਾਇਆ, ਕੋਈ ਆਪ ਦਾ ਡੇਰਾ ਨਹੀਂ, ਕੋਈ ਪੁਰੀ ਨਹੀਂ ਵਸਾਈ, ਕੋਈ ਆਪ ਦਾ ਮੰਦਿਰ ਨਹੀਂ ਬਣਾਇਆ, ਕੋਈ ਆਪ ਦੀ ਪੂਜਾ ਨਹੀਂ ਕਰਾਈ। ਜੋ ਆਪਦੇ ਨਾਨੇ ਦਾ ਹੱਕ ਬਣਦਾ ਸੀ, ਆਖਿਆ ਨਾਨਾ ਜੀ ਆਓ ਬੈਠੋ, ਸਿੰਘਾਸਨ ਤੇ ਉਹਨੂੰ ਬਿਠਾਇਆ ਤੇ ਮਾਂ ਪਿਓ ਨੂੰ ਆਜ਼ਾਦ ਕਰਾ ਕੇ ਇਉਂ ਦੁਨੀਆ ਨੂੰ ਆਨੰਦ ਮੰਗਲ ਕੀਤਾ। ਇਹ ਭਗਵਾਨਾਂ ਦੇ ਆਪਾਂ ਨਾਂ ਤੇ ਲੈਂਦੇ ਆ ਤੇ ਪਰ ਸਾਧ ਸੰਗਤ ਜੀ ਉਹ ਮੰਨਦੇ ਵੀ ਆ, ਪਰ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਆ। ਬੜੇ ਉੱਚੇ ਸੁੱਚੇ ਜੀਵਨ ਵਾਲੇ ਸੀ ਰਾਮ ਦੇ ਕ੍ਰਿਸ਼ਨ ਮਹਾਰਾਜ। ਮੈਂ ਉਹਨਾਂ ਦਾ ਸ਼ਰਧਾਲੂ ਪ੍ਰੇਮੀ ਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹਨ ਤੋਂ ਪਹਿਲਾਂ ਮੈਂ ਰਮਾਇਣ ਪੜ੍ਹੀ ਆ ਤੇ ਭਗਵਦ ਗੀਤਾ ਪੜ੍ਹੀ ਆ। ਉਹਦੇ ਤੋਂ ਬਾਅਦ ਭਾਈ ਬਾਲੇ ਵਾਲੀ ਜਨਮ ਸਾਖੀ ਹੱਥ ਫੜ ਕੇ ਤੇ ਦਰਬਾਰ ਸਾਹਿਬ ਤੋਂ ਲਿਆ ਕੇ ਫਿਰ ਉਹਨੂੰ 2 ਵਾਰ ਪੜ੍ਹਿਆ। ਗੁਰੂਆਂ ਦੇ ਜੀਵਨ ਤੋਂ ਪਹਿਲਾਂ ਇਹਨਾਂ ਭਗਵਾਨਾਂ ਦੇ ਜੀਵਨ ਨੂੰ ਵਾਚਿਆ ਤੇ ਗੁਰਬਾਣੀ ਦੀ ਸੰਧਿਆ ਸੰਪੂਰਨ ਹੁੰਦਿਆਂ ਸਾਰੀ ਸ੍ਰੀ ਦਸਮ ਗ੍ਰੰਥ ਦੇ ਵਿੱਚੋਂ ਕਲਗੀਧਰ ਦੀ ਲਿਖੀ 24 ਅਵਤਾਰਾਂ ਦੀ ਕਥਾ ਪੜ੍ਹੀ ਹੈ। ਕਿਉਂਕਿ ਚੰਗੇ ਇਨਸਾਨ ਸੀਗੇ, ਮਹਾਰਾਜ ਨੇ ਐਵੇਂ ਕਥਾ ਨਹੀਂ ਲਿਖੀ ਹੈ, ਚੰਗੇ ਬੰਦਿਆਂ ਦੀ, ਸੂਰਮਿਆਂ ਦੀ ਕਥਾ ਲਿਖੀ ਹੈ। ਤੇ ਇਸ ਵਾਸਤੇ ਗੁਰਮੁਖ ਸੀਗਾ, ਮਹਾਰਾਜ ਨੇ ਗੁਰਮੁਖ ਲਿਖਿਆ ਰਾਮ ਨੂੰ। ਆਪਾਂ ਕੀ ਉਹਦੀ ਨਿੰਦਿਆ ਕਰ ਸਕਦੇ ਹਾਂ ਬਈ? ਕੋਈ ਔਗਣ, ਕੋਈ ਵਿਕਾਰ ਤਾਂ ਨਹੀਂ ਸੀ। ਰਾਮਚੰਦਰ ਸੱਚਾ ਸੁੱਚਾ ਸੀਗਾ, ਇੱਕ ਆਪਦੀ ਧਰਮ ਪਤਨੀ ਤੇ ਉਹਦਾ ਨਿਸ਼ਚਾ ਸੀਗਾ। ਸੀਤਾ ਵੀ ਸੋਨੇ ਵਰਗੀ ਸੀਗੀ, ਕਿ ਆਪਾਂ ਫਿਰ ਕਿਉਂ ਮਾੜਾ ਕਹਿੰਦੇ ਬਾਈ? ਜੇ ਮਹਾਰਾਜ ਨੇ ਗੁਰਮੁਖ ਆਖਿਆ, ਸਾਡੇ ਨੂੰ ਤਾਂ ਚੰਗਾ ਹੀ ਸੀਗਾ। ਸੋ ਇਉਂ ਗੁਰਮੁਖ ਰਾਮ ਜੀ ਨੇ, ਰਾਮ ਦਾ ਨਾਮ ਵੇਖੋ ਕਿੰਨਾ ਨਿਸ਼ਚਾ ਸੀਗਾ, ਪੱਥਰਾਂ ਤੇ ਲਿਖ ਕੇ ਤੇ ਸਮੁੰਦਰ ਤੇ ਪੁਲ ਬਣਾ ਕੇ ਲੰਕਾ ਨੂੰ ਚਿੱਤ ਕਰਕੇ ਫਿਰ ਲੋਭ ਲਾਲਚ ਤੋਂ ਬਗੈਰ ਹੋ ਕੇ ਇਹ ਭੀਖਨ ਨੂੰ ਰਾਜ ਭਾਗ ਤੇ ਬਿਠਾਇਆ ਤੇ ਆਪ ਸੀਤਾ ਲੈ ਕੇ ਆਪਦੇ ਰਾਹੇ ਪਏ। ਇੰਜ ਇਹ ਗੁਰਮੁਖਾਂ ਦਾ ਜੀਵਨ ਹੈ ਕਿ ਉਹ ਲਾਲਚ ਨਹੀਂ ਕਰਦੇ ਨੇ। ਜੇ ਜੰਗ ਯੁੱਧ ਵੀ ਕਰਨ ਤੇ ਬਿਨਾਂ ਲਾਲਚ ਤੋਂ, ਬਿਨਾਂ ਸਵਾਰਥ ਤੋਂ ਕਰਦੇ ਹਨ। ਸੋ ਇਹ ਮਹਾਰਾਜ ਨੇ ਗੁਰਮੁਖਾਂ ਬਾਬਤ ਲਿਖਿਆ ਹੈ। ਆਓ ਹੁਣ ਇਹਦਾ ਅੰਤਰੀ ਵਰਤ ਸਰਵਣ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਕੋਟ 33 ਸੁਧਾਰੇ। ਗੁਰਮੁਖ ਰਾਮ ਜੀ ਨੇ 33 ਕਰੋੜ ਦੇਵਤਿਆਂ ਨੂੰ ਰਾਵਣ ਦੀ ਕੈਦ ਵਿੱਚੋਂ ਛੁਡਾ ਕੇ ਉਹਨਾਂ ਦਾ ਉਧਾਰ ਕੀਤਾ। ਗੁਰਮੁਖਾ ਬਾਤਿਓ ਸੇਤ ਬੇਦਾਤਾ। ਮੁਖੀ ਗੁਰਾਂ ਨੇ ਸੰਸਾਰੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਵੇਖੋ ਅੰਮ੍ਰਿਤ ਸਰੋਵਰ ਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਸਤੇ ਪ੍ਰਤੱਖ ਪੁਲ ਬਣਾਇਆ ਹੈ। ਉਹਦੇ ਵਿੱਚ ਦੀ ਪਾਣੀ ਕ੍ਰੋਸ ਹੁੰਦਾ, ਸਵਰਗਦਾਰੀਆਂ ਬਣਾਈਆਂ ਨੇ। ਕੋਈ ਉਦੋਂ ਸਰੀਆ ਨਹੀਂ ਸੀ ਹੁੰਦਾ, ਕੋਈ ਸੀਮਟ ਨਹੀਂ ਸੀ ਹੁੰਦਾ। ਬਿਨਾਂ ਸਰੀਏ ਤੇ ਬਿਨਾਂ ਸੀਮਟ ਤੋਂ ਵੇਖੋ ਕਿੰਨਾ ਕਾਮਯਾਬ ਹੈ ਪੁਲ। ਵੇਖੋ ਕਦੋਂ ਦਾ ਬਣਿਆ ਹੋਇਆ। ਇਉਂ ਵਿੱਚ ਕੀਰਤਨ ਪ੍ਰਾਰੰਭ ਕਰਕੇ ਤੇ ਸੱਚਖੰਡ ਦੇ ਦਰਸ਼ਨ ਕਰਾਏ। ਇਹ ਗੁਰਮੁਖ ਗੁਰੂ ਰਾਮਦਾਸ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ। ਇਸੇ ਪ੍ਰਕਾਰ ਗੁਰਮੁਖਾ ਬੰਦਿਓ ਸੇਤ ਬੇਦਾਤਾ। ਕਿ ਗੁਰਾਂ ਨੇ ਸੰਸਾਰੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਸੰਸਾਰ ਦੇ ਅੰਦਰ ਫਲ ਵਰਦਾਤੇ ਪਰਮੇਸ਼ਰ ਦੇ ਨਾਮ ਦਾ ਪੁਲ ਕਿਹੜਾ ਬੰਨਿਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। ਰਾਗੀ ਸਿੱਖਾਂ ਨੇ ਕੱਚੀ ਬਾਣੀ ਦੀ ਪੰਕਤੀ ਪੜ੍ਹੀ। ਗੁਰੂ ਸਾਹਿਬ ਨੇ ਰੋਕਿਆ ਕਿ ਸੱਚੀ ਬਾਣੀ ਦਾ ਕੀਰਤਨ ਸੁਣਾਓ। ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸੱਚੀ ਬਾਣੀ ਦੀ ਪਹਿਚਾਣ ਨਹੀਂ ਹੈ ਜੀ, ਸੰਕਲਪ ਕਰੋ। ਮਾਰੇ ਕਹਿੰਦੇ ਪੋਥੀਆਂ ਲਿਆਓ। ਤੇ ਬਾਬਾ ਬੁੱਢਾ ਸਾਹਿਬ ਜੀ ਲੈਣ ਗਏ। ਬਾਬੇ ਮੋਹਨ ਨੇ ਪੋਥੀਆਂ ਨਹੀਂ ਦਿੱਤੀਆਂ, ਸਮਾਧੀ ਨਹੀਂ ਖੋਲੀ। ਭਾਈ ਗੁਰਦਾਸ ਜੀ ਗਏ, ਉਹ ਵੀ ਸਮਾਧੀ ਨਾ ਖੋਲ ਸਕੇ। ਫਿਰ ਗੁਰੂ ਸਾਹਿਬ ਆਪ ਗਏ ਤੇ ਬਾਬਾ ਮੋਹਨ ਜੀ ਦੀ
कीर्तन करके समाधि खोली, पोथियां प्राप्त हुई। सोहने पालकी खासे विच विराजमान करके नंगे चरनी चौर करते हैं। 68 घाट वाले स्थान से रात को पहुँच के सारी रात अखंड कीर्तन किया। अमृत वेले गुरुद्वारा श्री रामसर साहब वाले पावन स्थान से 2 तंबू लवा के ते एक विच आप दा निवास, दूजे विच महाराज की लिखाई प्रारंभ करवाई। एक भाई गुरदास का तंबू लवाया। ये महाराज ने श्री गुरु ग्रंथ साहब जी को आपकी हजूरी च लिखा के 1661 संमत बिक्रमी नूं सचखंड श्री हरमंदिर साहब दे विच बाबा बुढ़ा साहब नूं अड ग्रंथी ला के प्रकाश करवाया। हुक्मनामा आया सोही महला पंजवा, संतां के कारज आप खलोया, हर काम करावण आया राम। तरत सुहावी ताल सुहावै, विच अमृत जल छाया राम। ये मुखी गुरां ने संसार समुंदर तो पार उतारन लई श्री गुरु ग्रंथ साहब जी की बाणी का पुल बनाया है। गुरु ग्रंथ साहब एक पुल है जिहदे ते चढ़ के बाणी पढ़ के जीवात्मा ये संसार समुंदर तो पार उतर सकती है। इसी प्रकार गुरमुखा बांधो सेत बेदाता, गुरमुख जना ने परोपकार वास्ते फल प्रदाते परमेश्वर के नाम का संसार विच पुल बनिया है। सो साई नाम अमोल कीम न कोई जान दो, जिन्ना पाग मथाहे से नानक रंग मान दो। इसी प्रकार गुरमुख बांधो सेत बेदाता, जिमें सेत नाम है पुल दा, पुल राही बालक की, बिरध की, नौजवान की, स्त्री की, पुरुष की सारे दरियादक तो पार हो सकते हैं। इस तरह बालकों की तरह अज्ञानी पुरुष, बिरधां की तरह हंकारी पुरुष, नौजवानों की तरह साधन संपन्न पुरख ते स्त्री की तरह कोमल चित पुरख आदि पुरख मुखी गुरां दे बनाए हुए परमेश्वर के नाम रूपी पुल राही संसार रूप दरिया तो पार हो सकते, सारियां दी कल्याण हो सकती। घर घर अंदर धर्मसाल होवे, कीर्तन सदा वसूआ। महापुरख बाबा नंद सिंह साहब ने कितनी कृपा की थी। श्री सुखमनी साहब जी के पाठां दीयां लड़ियां, अंब साहब लड़ी चल रही है हुण। माइयां बीबियां कई विच अनपढ़ भी ते सारे वेखो रोज़ सुखमनी साहब का पाठ उच्ची उच्ची बोल के जबानी याद हो जाता। इत्थे किन्ने जथे ने ते नाले सेवा हाजरी लंगर पानी सरबत का भला। गुरु साहब का गुरपुरब जो आ रहा, श्री गुरु अर्जन देव जी की उचारी पानी है तो अनपढ़ा नूं भी सुखमनी साहब याद कराता। ਇਹੋ जी महाराज की बाणी का पुल है, यो महापुरखा ने प्रचार किया। आज जो कथा है अमृत बाणी की, कभी सुपना भी नहीं सी लिया भी सानू भी महाराज अखर पढ़ने सिखाऊगा या कुछ समझ आऊगी। महापुरख बाबा जी बाबा जरनैल सोहना के दर्शन करी दे, उन्होंने पावन मुखार बिंद तो कथा सुनी दी तो ये संतां की कृपा दे नाल वेखो संगत दे विचों महाराज ने सानू कलयुगी जीवां नूं भी आपदी चरनी लाया। ये बहाना तो पुल के उपर दी भावें अखां बंद करके निकली जाओ, खोलण की लोड़ ही नहीं, उही बंदा पार हो जाता। तो दरिया लंघना वेखो कितना औखा हुंदा है, कितना खतरा हुंदा है ते बड़ी यतनां दे नाल पार लंघिया जांदा। इउं टकसाली महापुरखां ने कथा का पुल बनाता भी अखां बंद करके सुधे सीधी तुरे जाओ। सच्चे पातशाह जी की बाणी की कथा का कीर्तन का इहो जिहा पुल है जिहदे नाल अनजान अज्ञानी भी निर्बुद्ध जीव भी वेखो संसार समुंदर तो साध संगत जीओ पार उतारन का एक बहुत सोहना तरीका ये संगत का अपनाया जा रहा है। इस बहाने दे नाल उंज आपां ते इत्थे बैठ नहीं सकते ते महाराज ने बड़ा सोहना बहाना दिता है कथा कीर्तन के बहाने नाल साडा समा महाराज आपदे चरनां च हाजरी ला दिया। ये साहिबां ने पुल बनाया हुआ है। बाबा अतर सिंह जी मस्तवाणे वालियां ने वेखो ढोलकी चिमटियां धारना का कीर्तन शुरू किया।
एक पुल बनाया होया है कलयुगी जीवां गृहस्थियां नूं तारन वास्ते, अनपढ़ां नूं भी बाणी दी समझ आ जांदी। ये जो गुरु साहब ने सो हरमंदर साहब के अंदर कीर्तन प्रारंभ कराया। 8 पैर वेखो आपां घर बैठे ते साइंस के साधना के नाल वो कीर्तन सुन सकते हैं, सरवण कर सकते हैं। यही महाराज ने पुल बनाया है बाणी का, नाम का, कथा का, कीर्तन का। इहदे नाल सारियां दी बच्चियां बजुर्गां इस्त्रियां सबना दी कल्याण हो रही है। लंका लूटी दैत संतापै, गुरमुख जना ने देह अध्यास रूपी लंका लुटना की है। और जो काम क्रोध रूपी दैंत सीगे उन्होंने संग भली प्रकार तपा दिता है, पाप दुखी करके हृदय अंदरों कढ़ दिता है। रामचंद मारियो अह रावण, जो रमंती सा रामा रमिया होया राम ते चंद्रमा वत शीतलता का प्रकाश देने वाला परमेश्वर है। उसके नाम द्वारा चित्त नूं शीतल करके छाती शीतल मन सुखी, छंद गोविंद गुण गाए। ऐसी कृपा करो प्रभु नानक दास दसाए। चंदन चंद ना सर्द रुत, मूल ना मिटाई घाम नाम है गर्मी का। चंदन का दरख्त लोगों ने बड़ा ठंडा मनिया। कश्मीर वादी दे विच एक खास जगह ते कहंदे चंदन का बाग है। ते कश्मीर तो आए महापुरखों ने मैं पूछया, मैं कहा सचमुच ही सप लपेटे होंगे? कहते इन्ने सप ने भावें पंड बन लो, ढेरां दे ढेर। ते मैं कहा जी दरख्त किवें कटदे ने? कहंदे भी वो सरकारी ठेकेदार की करते हैं, कोई धुआं जिहा छड्डदे ने। वो धुएं दे नाल सप मरदे भी नहीं ते कमले जे हो गए सौ ही जाते हैं, एक पासे हो गए। वो आ JCB मशीनां लैंदे ने, टापा जिहा ला के उहदे ते चाढ़ के एक पासे ढेर ला देंदे सप्पां दा। ते फिर वो चंदन के दरख्त कट के एकदम बाहर नूं आ जांदे। थोड़े चिर बाद फिर उन्हां नूं होश आ जांदी। मतलब चंदन इन्ना ठंडा है कि सप आपदी जहर मिटण वास्ते आपदी तपश नूं मिटण लई ही चंदन नाल लिपटिया रहिंदा है। मारे कहंदे चंदन भी ठंडा नहीं जे, सर्दी की रुत भी ठंडी नहीं है, क्योंकि इन्हां नाल हिरदे की तपश नहीं मिटती। ईर्खा की, द्वेष की, काम की, क्रोध की, मोह की, अहंकार आदि प्रकारां दी अंदर अग लगी हुई है। इहदे नाल हिरदा शांत नहीं हुंदा है। आ वेखो किन्नी बीमारी का जोर चल रहा। ते एसियां ने ठंड वाली जगह ने भला की फायदा करना, जब हिरदा ही तप रहा, शरीर ना बीमारी के नाल शरीर ही तप रहा। तो महाराज की जो बाणी है, वाहिगुरु का नाम है, असल च यही शांति, यही सुख, यही ठंड देने वाला है। तपत माहे ठंड वरताई, आनंद भया दुख नाठे पाई। शीतल थीवै नानका जपंदड़ो हर नाम, हरि का नाम जपन दो मन शीतल हो जाता। न शीतलंग चंद्र देव है, न शीतलंग बामन चंदन है, न शीतलंग शीतलते नानक शीतलंग साध स्वजन। संस्कृति श्लोकां च महाराज का वचन है कि चंद्रमा भी ठंडा नहीं है, क्योंकि विछोड़े वालियां नूं ओहदियां किरणां तीर की तरह तपाउंदियां ने, दुख दिंदियां ने। ते न शीतलंग चंद्र देव है, न शीतलंग बामन चंद्र है, बामन चंद्र भी ठंडा नहीं। न शीतलंग शीत रुतेन, वो माघ दियां ठंडियां रातां भी ठंडियां नहीं, क्योंकि जिहड़े गंगू ब्राह्मण वर्गे सीगे वो वेखो इन्हां ठंडियां रातां च तपदे तपदे वेखो सड़ के तृष्णा की अग दे विच ही मर गए। एक मोहरां ते उहदा मन डुल गया। माता जी कहन लगे, नकम्मिया एक थैली की जे तू कहे तेन मैं सारा खजाना दे दूं, पर तू बच्चों के कहरत ना गुजार। ये गुरु जी के बच्चे ने, इन्हां दे रहम कर। तू कादी खातर इस तरह कर रहा है? ये माया ने नाल नहीं हो जाना। उसकी मां ने भी समझाया भी पुत इंज नहीं करीदा। पर वेखो तृष्णा की अग दे विच
कुछ पल्ले नहीं पिया, आपकी जान भी गवा बैठा। मैं नैट तो पढ़िया, किसी ने खोज की है भी ਉਹਦਾ ਭੰਗ ਦੇ ਪਹਾੜੇ ਜਵਾਨ ਗਵਾ ਬੈਠਾ। ਫਿਰ ਜੋ ਗੰਗੂ ਦੀ ਕੁਲ ਵਾਲੇ ਸੀਗੇ, ਮੁਸਲਮਾਨਾਂ ਨੇ ਵਿਚਾਰਿਆ ਵੀ ਇਹਨਾਂ ਨੇ ਮੁਖਬਰੀ ਕੀਤੀ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਮੁਖਬਰੀ ਦੇ ਬਦਲੇ ਮਿਲਣਾ ਦਾ ਕੀ ਸੀਗਾ, ਗੰਗੂ ਹੀ ਮਾਰ ਦਿੱਤਾ। ਤੇ ਹੁਣ ਇਹਨਾਂ ਦੀ ਕੁਲ ਵਾਲਿਆਂ ਨੂੰ ਕੋਈ ਗਰਾਂਟ ਦਈਏ। ਤੇ ਸਾਧ ਸੰਗਤ ਜੀ ਉਹ ਗੰਗੂ ਦੀ ਕੁਲ ਵਾਲਿਆਂ ਨੂੰ ਉਹਨਾਂ ਨਹਿਰੀ ਜ਼ਮੀਨ ਅਲਾਟ ਕਰ ਦਿੱਤੀ। ਨਹਿਰੀ ਜ਼ਮੀਨ ਜਿਸ ਤਰ੍ਹਾਂ ਦਰਿਆ ਦੇ ਕੰਢਿਆਂ ਦੇ ਸ਼ੰਭ ਦਾ ਇਲਾਕਾ ਹੁੰਦਾ, ਕਿ ਉਹ ਸਰਕਾਰੀ ਜਿਹੜੀ ਨਹਿਰੀ ਜ਼ਮੀਨ ਸੀਗੀ ਉਹ ਅਲਾਟ ਹੋਣ ਕਰਕੇ ਇਹਨਾਂ ਦੀ ਕੁਲ ਦਾ ਨਾਮ ਪਿਆ ਨਹਿਰੂ, ਜਵਾਹਰ ਲਾਲ ਨਹਿਰੂ। ਤੇ ਇੰਦਰਾ ਗਾਂਧੀ ਨਹੀਂ ਸੀਗੀ, ਨਹਿਰੂ ਸੀਗੀ। ਇਹਦੀ ਹੱਲ ਨਹਿਰੂ ਸੀ, ਨਹਿਰੂ ਕਿਉਂ ਜਵਾਹਰ ਲਾਲ ਦੀ ਧੀ ਸੀਗੀ। ਉਹ ਗਾਂਧੀ ਤਾਂ ਵਿਆਹ ਕੋਈ ਕਿਸੇ ਨਾਲ ਗੱਲਬਾਤ ਹੋ ਗਈ, ਉਹ ਸੀ ਮੁਸਲਮਾਨ। ਤੇ ਜਦ ਜਿੱਦ ਕੀਤੀ, ਉਹ ਜਵਾਹਰ ਲਾਲ ਨੇ ਮਹਾਤਮਾ ਗਾਂਧੀ ਨਾਲ ਸਲਾਹ ਕੀਤੀ, ਕਹਿੰਦਾ ਕੋਈ ਨਹੀਂ ਤੇ ਮੈਂ ਆਪ ਦਾ ਪੁੱਤ ਬਣਾ ਲੈਣਾ ਉਹਨੂੰ। ਆਖਿਆ ਪੁੱਤ ਤੂੰ ਮੇਰਾ ਪੁੱਤ ਬਣ ਜਾ। ਤੇ ਉਹਦੇ ਨਾਲ ਫਿਰ ਇੰਦਰਾ ਦਾ ਵਿਆਹ ਕਰਕੇ ਤੇ ਉਹਨੂੰ ਆਪਦੀ ਧੀ ਬਣਾ ਲਿਆ। ਉਹ ਨਹਿਰੂ ਤੋਂ ਅੱਲ ਪੈ ਗਈ ਗਾਂਧੀ। ਅਸਲ 'ਚ ਇਹਨਾਂ ਦੀ ਕੁਲ ਦਾ ਉਹ ਨਹਿਰੂ ਅੱਲ ਸੀਗੀ, ਨਹਿਰੀ ਜ਼ਮੀਨ ਕਰਕੇ। ਉਹ ਗੰਗੂ ਦੀ ਕੁਲ ਸੀਗੀ, ਕਿਉਂਕਿ ਤੇ ਉਹ ਸਾਰਾ ਇਤਿਹਾਸ ਲਿਖਿਆ ਹੋਇਆ ਹੈ। ਤੇ ਇੱਧਰ ਕਸ਼ਮੀਰ ਦੇ ਵਿੱਚੋਂ ਆਏ ਸੀਗੇ। ਇਹਨਾਂ ਦੇ ਵੱਡ ਵਡੇਰੇ ਕਸ਼ਮੀਰੀ ਪੰਡਤਾਂ ਦੇ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਹੀ ਹਾਜ਼ਰ ਹੋਏ ਸੀ। ਔਰ ਉਹਨਾਂ ਦੀ ਬੇਨਤੀ ਕਰਨ ਤੋਂ ਗੁਰੂ ਸਾਹਿਬ ਨੇ ਸੀਸ ਦੇ ਕੇ ਹਿੰਦੂ ਧਰਮ ਨੂੰ ਬਚਾਇਆ। ਰਹੋ ਵਿਚਾਰ। ਸੋ ਆਪਾਂ ਵਿਚਾਰ ਕਰ ਰਹੇ ਸੀ। ਹਾਂਜੀ, ਫਿਰ ਪੰਕਤੀ ਪੜ੍ਹੀਏ ਜੀ। ਰਾਮ ਚੰਦ ਮਾਰਿਓ ਅਹ ਰਾਵਣ। ਹਾਂਜੀ, ਜੋ ਰਮਿਆ ਹੋਇਆ ਰਾਮ ਹੈ, ਚੰਦਰਮਾ ਦੀ ਤਰ੍ਹਾਂ ਸੀਤਲਤਾ ਦਾ ਪ੍ਰਕਾਸ਼ ਦੇਣ ਵਾਲਾ ਪਰਮੇਸ਼ਰ ਹੈ। ਜਿਹੜਾ ਸੂਰਜ ਹੈ, ਸੂਰਜ ਇਹ ਪ੍ਰਕਾਸ਼ ਤਾਂ ਦਿੰਦਾ, ਪਰ ਇਹਦੇ ਨਾਲ ਦੁੱਖ ਲੱਗਦਾ, ਗਰਮੀ ਲੱਗਦੀ, ਤਪਸ਼ ਲੱਗਦੀ ਹੈ। ਫਿਰ ਬੰਦਾ ਏਸੀ ਭਾਲਦਾ, ਦਰਖਤਾਂ ਦੀ ਛਾਂ ਭਾਲਦਾ। ਸੂਰਜ ਦਾ ਪ੍ਰਕਾਸ਼ ਤਪਸ਼ ਵਾਲਾ ਹੈ, ਪਰ ਜਿਹੜਾ ਗੁਰੂ ਜੀ ਦਾ ਪ੍ਰਕਾਸ਼ ਹੈ ਇਹ ਸੀਤਲਤਾ ਵਾਲਾ ਹੈ। ਚਿੱਟ ਚਟਾਨ ਚਾਨਣ ਵੀ ਬਖਸ਼ਦਾ, ਸੀਤਲਤਾ ਵੀ ਦਿੰਦਾ। ਮਹਾਰਾਜ ਦੀ ਬਾਣੀ, ਮਹਾਰਾਜ ਦਾ ਨਾਮ ਜੋ ਹੈ ਇਹ ਠੰਡ ਪ੍ਰਦਾਨ ਕਰਨੇ ਵਾਲਾ ਹੈ। न शीतलंग चंद्र देव है, न शीतलंग बामन चंद्र है, न शीतलंग शीत रतेन, नानक शीतलंग साध स्वजन है। ਜਿਹੜੀ ਸਾਧੂਆਂ ਦੀ ਸੰਗਤ ਹੈ, ਇਹ ਸਾਧ ਸੰਗਤ ਜੀ ਮਨ ਨੂੰ ਸੀਤਲ ਕਰਨੇ ਵਾਲੀ, ਜੋ ਨਾਮ ਜਪਦੀ ਹੈ, ਕਥਾ ਕੀਰਤਨ ਦੇ ਵਿੱਚ ਜੁੜੀ ਹੋਈ ਹੈ, ਉਹਦੇ ਵਾਹਿਗੁਰੂ ਦੇ ਨਾਮ ਦੁਆਰਾ ਚਿੱਤ ਨੂੰ ਸੀਤਲ ਕਰਕੇ ਗੁਰਮੁਖ ਜਨਾਂ ਨੇ ਇਹ ਨਾਮ ਹੈ ਸੱਪ ਦਾ, ਹੰਕਾਰ ਰੂਪੀ ਸੱਪ ਜਾਂ ਅਗਿਆਨ ਰੂਪੀ ਜਿਹੜਾ ਰਾਵਣ ਸੀਗਾ, ਇਹਨੂੰ ਮਾਰਨਾ ਕੀਤਾ। ਜਾਂ 10 ਇੰਦਰੀਆਂ ਦੇ ਵਿਸ਼ਿਆਂ ਦੀ ਨਿਵਰਤੀ ਕਰਨ ਲੋਪ ਇਹਨਾਂ ਦੇ ਸਿਰ ਕੱਟ ਦਿੱਤੇ ਸਨ। ਭੇਦ ਬਭੀਖਣਾ ਗੁਰਮੁਖ ਪਰਚਾਇਣਾ। ਇਹਨਾਂ ਨੇ 7 ਪ੍ਰਕਾਰ ਦੇ ਬਹੁ ਭੈ ਨੂੰ ਭੀਖਣ ਪੱਖ ਨਾਸ਼ ਕਰ ਲਿਆ, ਜਾਂ ਜਿਨ੍ਹਾਂ ਨੇ ਬਦਵੈਤ ਨੂੰ ਖਾ ਨਾਸ਼ ਕਰ ਲਿਆ, ਜਾਂ ਜੋ ਅਦਵੈਤਵਾਦ ਦੇ ਸਹਿਤ ਹੋ ਕੇ ਦਵੈਤ ਦੇ ਤਾਈ ਭੀਖਣ ਬਹੁਤ ਭਿਆਨਕ ਹੋ ਕੇ ਚੰਬੜਦੇ ਨੇ, ਉਹਨਾਂ ਗੁਰਮੁਖਾਂ ਦੇ ਭੇਦ ਪਰਚੇ ਕਰਕੇ ਜੀਵ ਈਸ਼ ਦੀ ਏਕਤਾ ਕੀਤੀ ਹੈ। ਜਾਂ ਤਵੰਗ ਪਦ ਦੇ ਲਾਖਰਤ ਤੇ ਤਤ ਪਦ ਦੇ ਲਾਖਰਤ ਦਾ ਭੇਦ ਪਾ ਕੇ ਬ੍ਰਹਮਾਨੰਦ ਵਿੱਚ ਪਰਚਨਾ ਕੀਤਾ ਹੈ। ਗੁਰਮੁਖ ਸਾਇਰ ਪਾਹਨ ਤਾਰੇ। ਗੁਰਮੁਖ ਜਨਾਂ ਨੇ ਨਾਮ ਬਾਣੀ ਦੇ ਉਪਦੇਸ਼ ਦੁਆਰਾ ਪਾਹਨ ਪੱਥਰ ਵਤ ਕਠੋਰ ਚਿੱਤ ਵਾਲੇ ਪੁਰਖ ਵੀ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਨੇ। ਮਹਾਰਾਜ ਦਾ ਬਚਨ ਹੈ ਕਿ ਪਾਹਨ ਪਾਰ ਉਤਾਰੇ। ਪੱਥਰਾਂ ਵੀ ਨੂੰ ਵੀ ਵੇਖੋ ਪ੍ਰਤੱਖ ਉੱਤੇ ਜਦੋਂ ਮਨੀਕਰਨ ਸਾਹਿਬ ਨੂੰ ਜਾਂਦੇ ਆ ਤਾਂ ਰਸਤੇ ਵਿੱਚ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਆਉਂਦਾ। ਉਹਦੇ ਇਤਿਹਾਸ ਬਾਰੇ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ
ਪੱਥਰਾਂ ਨੂੰ ਧਾਰਿਆ ਸੀਗਾ, ਜਾਂ ਪ੍ਰਤੱਖ ਜੋ ਬਲੀ ਕੰਧਾਰੀ ਵਰਗੇ ਅਤੇ ਜੋ ਕੌਡੇ ਰਾਖਸ਼ ਵਰਗੇ, ਦੇਵਲੂਤ ਦੈਂਤ ਵਰਗੇ, ਸੱਜਣ ਠੱਗ ਵਰਗੇ, ਮਲਕ ਭਾਗੋ ਵਰਗੇ ਪੱਥਰਾਂ ਦੀ ਤਰ੍ਹਾਂ ਕਠੋਰ ਚਿੱਤ ਵਾਲੇ ਪੁਰਖ ਸੀਗੇ। ਉਹਨਾਂ ਨੂੰ ਵੀ ਜਿਹੜੇ ਖੁਦ ਮਹਾਰਾਜ ਦੇ ਆਪ ਦੇ ਪਿਤਾ ਸੀਗੇ ਉਹ ਵੀ ਬੜੇ ਕਠੋਰ ਚਿੱਤ ਵਾਲੇ। ਮਹਾਰਾਜ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ, ਸੱਸ ਚੰਦੋ ਰਾਣੀ, ਉਹ ਵੀ ਕਠੋਰ ਚਿੱਤ। ਸਤਿਗੁਰਾਂ ਦੇ ਘਰੋਂ ਸਾਡੇ ਮਾਤਾ ਸੁਲੱਖਣੀ ਜੀ ਦਾ ਚਿੱਤ ਵੀ ਕੋਈ ਇੰਨਾ ਨਰਮ ਨਹੀਂ ਸੀਗਾ, ਗੁਰੂ ਜੀ ਦੇ ਮੁਤਾਬਕ ਨਹੀਂ ਸੀਗਾ। ਤੋ ਫਿਰ ਵੀ ਵੇਖੋ ਮਹਾਰਾਜ ਨੇ ਇਹਨਾਂ ਦਾ ਸਾਰਿਆਂ ਦਾ ਪਾਰ ਉਤਾਰਾ ਕਰਕੇ ਇਹਨਾਂ ਦੀ ਮੁਕਤੀ ਕੀਤੀ ਅੰਤ ਦੇ ਵਕਤ। ਆਪਦੇ ਮਾਂ ਪਿਓ ਨੂੰ ਵੀ ਅੰਤ ਦੇ ਵਕਤ ਬ੍ਰਹਮ ਗਿਆਨੀ ਬਣਾ ਕੇ ਤਾਰਿਆ। ਆਪਦੇ ਸੱਸ ਸਹੁਰੇ ਵੀ ਉੱਥੇ ਗਏ ਮਰਨ ਵਕਤ, ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਚਿੱਤ ਨਾਮ 'ਚ ਜੋੜ ਕੇ ਉਹਨਾਂ ਦਾ ਪਾਰ ਉਤਾਰਾ ਕਰਤਾ। ਤੇ ਸਾਡੇ ਮਾਤਾ ਸੁਲੱਖਣੀ ਨੂੰ ਵੀ ਮਹਾਰਾਜ ਨੇ ਅੰਤ ਦੇ ਵਕਤ ਆਪਦੇ ਨਾਲ ਲੈ ਲਿਆ। ਉਹਨਾਂ ਬੇਨਤੀ ਕੀਤੀ ਜੀ ਮੈਂ ਆਪਦੇ ਚਰਨਾਂ 'ਚ ਰਹਿਣਾ। ਮਹਾਰਾਜ ਕਹਿੰਦੇ ਵੇਖ ਲਓ, ਜਿਸ ਤਰ੍ਹਾਂ ਅਸੀਂ ਤੁਰੇ ਫਿਰਦੇ ਇਸ ਤਰ੍ਹਾਂ ਨਾਲ ਰਹਿਣਾ ਪਊਗਾ। ਕਹਿੰਦੇ ਜੀ 7 ਬਚਨ। ਫਿਰ ਕਰਤਾਰਪੁਰ ਸਾਹਿਬ ਵਿਖੇ ਨਿਵਾਸ ਕੀਤਾ ਤੇ ਇਉਂ ਸਭਨਾਂ ਨੂੰ ਮਹਾਰਾਜ ਜੀ ਨੇ ਨਾਮ ਦੇ ਲੜ ਲਾ ਕੇ ਤਾਰਨਾ ਕੀਤਾ ਹੈ। ਗੁਰਮੁਖਾ ਕੋਟ ਤੇ 33 ਉਦਾਰੇ। ਗੁਰਮੁਖ ਜਨਾਂ ਨੇ, ਮੁਖੀ ਗੁਰਾਂ ਨੇ 33 ਕਰੋੜ ਦੀ ਥਾਂ ਕਈ ਕਰੋੜਾਂ ਦਾ ਉਧਾਰ ਕਰ ਦਿੱਤਾ। ਤਾਰੇ ਕਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਵਾਹਿਗੁਰੂ ਮਹਾਰਾਜ ਕਹਿੰਦੇ ਨੇ ਵਾਹਿਗੁਰੂ। ਸੋ ਇਹ ਸਿਆਣਿਆਂ ਦਾ ਕਥਨ ਹੈ, ਕਹਿੰਦੇ ਆਕਾਸ਼ ਦੇ ਤਾਰੇ ਤਾਂ ਭਾਵੇਂ ਕੋਈ ਗਿਣ ਲਵੇ ਪਰ ਜਿੰਨੇ ਮਹਾਰਾਜ ਤੂੰ ਤਾਰੇ ਨਹੀਂ ਗੁਰੂ ਨਾਨਕ ਸਾਹਿਬ, ਇਹ ਕੋਈ ਨਹੀਂ ਗਿਣ ਸਕਦਾ। ਜਦੋਂ ਦਸਤਗੀਰ ਪੀਰ ਦਾ ਬੇਟਾ ਨਾਲ ਲਿਆ ਸੀ, ਅੱਖੀ ਮੀਟ ਗਿਆ ਹਵਾਈ, ਉਦੋਂ ਲੱਖ ਪਤਾਲ ਆਕਾਸ਼ ਲੱਖ ਅੱਖ ਫਰਕ ਵਿੱਚ ਸਭ ਦੇ ਖਿਲਾਈ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਭਾਈ ਬਾਲੀ ਵਾਲੀ ਜਨਮ ਸਾਖੀ ਤਾਂ ਉਹੀ ਲਿਖੇ ਜਿਹੜੇ ਇੱਥੇ ਤਾਰੇ ਨੇ, ਤੇ ਜਿਹੜੇ ਉਹ ਲੱਖਾਂ ਪਤਾਲਾਂ ਦੇ ਆਕਾਸ਼ਾਂ 'ਚ ਦਸਤਗੀਰ ਪੀਰ ਦੇ ਬੇਟੇ ਨੂੰ ਦਿਖਾਏ। ਜਿੱਥੇ ਜਾਂਦੇ ਸੰਗਤ ਜੁੜੀ ਹੁੰਦੀ ਸੀ, ਅਰਦਾਸ ਹੁੰਦੀ, ਪ੍ਰਸ਼ਾਦ ਵਰਤਦਾ। ਕੀ ਪਤਾ ਕਿੰਨੇ ਲੋਕਾਂ 'ਚ ਕਿੰਨਾ ਨੂੰ ਮਹਾਰਾਜ ਨੇ ਤਾਰਿਆ, ਉਹਦੀ ਸਾਖੀ ਤਾਂ ਕੋਈ ਲਿਖ ਹੀ ਨਹੀਂ ਸਕਦਾ। ਤੋ ਇੰਜ ਜੋ ਸਾਡੀ ਨਿਗਾਹ ਤੋਂ ਇਲਾਵਾ ਵੀ ਗੁਪਤ ਰੂਹਾਂ ਮਹਾਰਾਜ ਨੇ ਤਾਰੀਆਂ, ਉਹਨਾਂ ਦਾ ਕੋਈ ਵੀ ਅੰਤ ਨਹੀਂ ਹੈ। ਸੱਚੇ ਪਾਤਸ਼ਾਹ ਬੇਅੰਤ ਗੁਣਾਂ ਦੇ ਮਾਲਕ ਹਨ। ਇਸੇ ਲਈ ਭੱਟਾਂ ਨੇ ਸਵਈਆਂ ਦੇ ਵਿੱਚ ਲਿਖਿਆ, ਕਹਿੰਦੇ ਨੇ ਆਪਣਾ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਉਹੇ ਬਣਿਆ ਵਾ। ਇਹ ਭੱਲਿਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ। ਤੇਰੇ ਜਿਹੜੇ ਗੁਣ ਨੇ, ਜਿਹੜੇ ਤੇਰੇ ਪਰਉਪਕਾਰ ਨੇ, ਉਹ ਤੈਨੂੰ ਹੀ ਬਣਾਉਂਦੇ ਨੇ। ਅਸੀਂ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਧ ਕੋ ਪਾਵੈ। ਸੂਰਜ ਦੀਆਂ ਕਿਰਨਾਂ ਗਿਣ ਸਕਦੇ ਹਾਂ, ਸਮੁੰਦਰ ਦਾ ਪੇਟ ਮਾਪ ਸਕਦੇ ਹਾਂ, ਭਾਵੇਂ ਕਿ ਅਸੰਭਵ ਹੈ। ਗੰਗਾ ਦੀਆਂ ਤਰੰਗਾਂ ਨੂੰ ਸੋ ਮਾਪ ਸਕਦੇ ਹਾਂ, ਤੇ ਪਰ ਜਿੰਨੇ ਤੇਰੇ ਗੁਣ ਨੇ, ਜਿਨ੍ਹਾਂ ਨੂੰ ਤੂੰ ਤਾਰਿਆ, ਉਹਨਾਂ ਦਾ ਕੋਈ ਅੰਤ ਨਹੀਂ ਪਾ ਸਕਦੇ। ਗੁਰੂ ਜੀ ਦੇ ਚਰਨਾਂ ਦੇ ਨਾਲ ਇੱਕ ਮੁਰਦੇ ਦੀ ਹੱਡੀ ਲੱਗੀ, ਤੇ ਜਿੱਥੇ ਦਮਦਮਾ ਸਾਹਿਬ ਵਾਲਾ ਗੁਰਦੁਆਰਾ ਸਾਹਿਬ ਹੈ, ਗੋਂਦਵਾਲ ਸਾਹਿਬ ਦੇ ਖਡੂਰ ਸਾਹਿਬ ਦੇ ਰਸਤੇ 'ਚ, ਉੱਥੇ ਵੇਖੋ ਉਹ ਮੁਰਦਾ ਪਤਾ ਨਹੀਂ ਕਿਹੜੀ ਜ਼ੋਨ 'ਚ ਪਿਆ ਹੋਇਆ ਸੀਗਾ, ਉਹਨੂੰ ਮੁਕਤ ਕਰ ਦਿੱਤਾ। ਇਹੋ ਜਿਹੇ ਬੇਅੰਤੀ ਲੋਕਾਂ ਨੂੰ ਨਵੇਂ ਪਾਤਸ਼ਾਹ ਨੇ ਜਿਸ ਹਵੇਲੀ 'ਚ ਰਾਤ ਕੱਟੀ ਦਿੱਲੀ, ਉੱਥੇ ਭੂਤ ਦਾ ਵਾਸਾ ਸੀਗਾ। ਜਿਹੜਾ ਹਵੇਲੀ ਦਾ ਮਾਲਕ ਉਹ ਹਾਜ਼ਰ ਹੋਇਆ, ਉਹਨੇ ਸੇਵਾ ਕੀਤੀ, ਬੇਨਤੀ ਕੀਤੀ, ਉਹਨੂੰ ਮਹਾਰਾਜ ਨੇ ਤਾਰਤਾ। ਕਿਉਂ ਕਈਆਂ ਨੂੰ ਤਾਰਿਆ, ਭੂਤਾਂ ਪ੍ਰੇਤਾਂ ਤੇ ਕਈ ਅਵਗਤ ਰੂਹਾਂ ਦੀ ਕਲਿਆਣ ਕੀਤੇ। ਇਸ ਲਈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਏਕ ਕਣੀ, ਇੱਕ ਨਾਮ ਦੀ ਕਣੀ ਦੇ ਕੇ ਮੁਖੀ ਗੁਰਾਂ ਨੇ ਕਰੋੜਾਂ ਦਾ ਹੀ ਉਧਾਰ ਕੀਤਾ, ਤੇ ਅੱਜ ਵੀ ਕਰ ਰਹੇ ਹਨ। ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਬਚਨੇ ਸੀ ਕਰਕੇ ਕਹੇ ਨੇ। ਮਹਾਰਾਜ ਦੇ ਨਾਮ ਦੀ ਲੜ ਲੱਗੀ ਹੈ, ਬਾਣੀ ਦੇ ਨਿਤਨੇਮੀ ਹੋਈ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਗੁਰਮੁਖ ਸਾਇਰ ਪਾਹਨ ਤਾਰੇ, ਗੁਰਮੁਖਾ ਕੋਟ 33 ਉਦਾਰੇ। ਵਾਹਿਗੁਰੂ ਜੀ ਕਾ ਖਾਲਸਾ,
ਮਹਾਰਾਜ